ਬੱਚਿਓ ਆਪਾਂ ਇਹ ਰਿਲੇਸ਼ਨਸ ਐਂਡ ਫੰਕਸ਼ਨਸ ਚੈਪਟਰ ਦੀ ਸੈਕੰਡ ਵੀਡੀਓ ਬਣਾਉਣ ਲੱਗੇ ਹਾਂ, ਜਿਹਦੇ ਵਿੱਚ ਕੱਲ ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਬੇਸਿਕ ਕੀਤੇ ਸੀਗੇ। ਅੱਜ ਆਪਾਂ ਪਹਿਲੀ ਐਕਸਰਸਾਈਜ਼ ਸ਼ੁਰੂ ਕਰਨ ਲੱਗੇ ਹਾਂ 1.1। ਤਾਂ ਫਸਟ ਕੁਐਸਚਨ ਧਿਆਨ ਨਾਲ ਰੀਡ ਕਰੋ ਪਹਿਲਾਂ। ਲੈਟ n ਬੀ ਦਾ ਸੈਟ ਆਫ ਆਲ ਨੈਚੁਰਲ ਨੰਬਰਸ। ਮੰਨ ਲਓ n ਨੂੰ ਹਮੇਸ਼ਾ ਆਪਾਂ ਕੈਪੀਟਲ n ਨੂੰ ਸਮਝਦੇ ਹੁੰਦੇ ਆ ਨੈਚੁਰਲ ਨੰਬਰਸ ਦਾ ਸੈੱਟ। ਮੰਨ ਲਓ n ਹੈ ਜਿਹੜਾ ਉਹ ਨੈਚੁਰਲ ਨੰਬਰ ਦਾ ਸੈੱਟ ਹੈ, ਤੇ ਜਿਹੜਾ ਰਿਲੇਸ਼ਨ ਹੈ ਉਹਨੂੰ ਕੈਪੀਟਲ R ਨਾਲ ਡਿਨੋਟ ਕਰ ਰਹੇ ਨੇ। ਆਰ ਬੀ ਦਾ ਰਿਲੇਸ਼ਨ ਇਨ n ਡਿਫਾਈਨਡ ਬਾਈ ਦਿਸ। ਆਹ ਰਿਲੇਸ਼ਨ ਹੈ ਸਿੰਪਲੀ ਦੋ ਨੰਬਰਸ ਦੇ ਵਿੱਚ ਰਿਲੇਸ਼ਨ ਕੀ ਹੈ ਵੀ a ਇਜ਼ ਫੈਕਟਰ ਆਫ b। ਪਹਿਲਾ ਜਿਹੜਾ ਉਹ ਦੂਜੇ ਦਾ ਫੈਕਟਰ ਹੋਊਗਾ। ਤਾਂ ਸ਼ੋਅ ਕਰੋ ਵੀ ਜਿਹੜਾ ਇਹ ਰਿਲੇਸ਼ਨ ਹੈ ਇਹ ਰਿਫਲੈਕਸਿਵ ਤੇ ਟ੍ਰਾਂਜ਼ਿਟਿਵ ਹੈ। ਤਾਂ ਆਪਾਂ ਇਹ ਸ਼ੋਅ ਕਰਦੇ ਹਾਂ। ਤਾਂ ਕੁਐਸਚਨ ਧਿਆਨ ਨਾਲ ਰੀਡ ਕਰ ਲਓ ਵੀ ਇੱਕ ਨੰਬਰ ਦੂਜੇ ਦਾ ਫੈਕਟਰ ਹੈ, ਇਹ ਆਪਾਂ ਚੈੱਕ ਕਰਨਾ ਵੀ ਇਹ ਰਿਫਲੈਕਸਿਵ ਹੈਗਾ, ਸਿਮੈਟ੍ਰਿਕ ਹੈਗਾ, ਟ੍ਰਾਂਜ਼ਿਟਿਵ ਹੈਗਾ, ਕੀ ਹੈਗਾ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਕੀ ਇਹ ਰਿਫਲੈਕਸਿਵ ਹੈਗਾ। ਤਾਂ ਦੇਖੋ ਰਿਫਲੈਕਸਿਵਲੀ ਆਪਾਂ ਕੀ ਦੇਖਦੇ ਹੁੰਦੇ ਆ, ਕਿਸੇ ਨੰਬਰ ਦਾ ਆਪਣੇ ਆਪ ਨਾਲ ਰਿਲੇਸ਼ਨ। ਤਾਂ ਤੁਸੀਂ ਕੋਈ ਵੀ ਨੈਚੁਰਲ ਨੰਬਰ ਆਪਣੇ ਮਾਈਂਡ 'ਚ ਸੋਚ ਕੇ ਦੇਖੋ ਕਿ 4 ਇਜ਼ ਫੈਕਟਰ ਆਫ 4 ਹੁੰਦਾ। ਹਾਂ, ਕੱਲ ਵੀ ਗੱਲ ਕੀਤੀ ਸੀ ਆਪਾਂ ਨੇ ਪਿਛਲੀ ਵੀਡੀਓ 'ਚ। ਹਾਂ ਹੁੰਦਾ। ਤਾਂ ਆਪਾਂ ਲਿਖਾਂਗੇ for all a belong to natural number। ਮੰਨ ਲਓ a ਨੈਚੁਰਲ ਨੰਬਰ ਨੂੰ ਬਿਲੋਂਗ ਕਰਦਾ, ਕੋਈ ਵੀ ਹੋ ਸਕਦਾ ਹੈ। for all a ਜਿਹੜੇ ਨੈਚੁਰਲ ਨੰਬਰ ਨੂੰ ਬਿਲੋਂਗ ਕਰਦੇ ਨੇ। a is factor of a। ਇਹ ਜਿਹੜਾ a ਦਾ ਫੈਕਟਰ ਹੋਊਗਾ ਹੀ ਹੋਊਗਾ। ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ, ਇਹਦਾ ਮਤਲਬ a ਦਾ a ਨਾਲ ਰਿਲੇਸ਼ਨ ਹੋਲਡ ਕਰਦਾ ਹੈ। ਤਾਂ ਐਂ ਲਿਖਣਾ ਹੁੰਦਾ a, a ਬਿਲੋਂਗ ਟੂ r। ਇਹਦਾ ਮਤਲਬ a ਦਾ ਰਿਲੇਸ਼ਨ a ਨਾਲ ਹੈਗਾ। ਤਾਂ ਇਹ ਕੀ ਹੋ ਗਿਆ, a ਆਪਾਂ ਕੋਈ ਵੀ ਨੈਚੁਰਲ ਨੰਬਰ ਲੈਤਾ, ਕੋਈ ਵੀ ਹੋ ਸਕਦਾ, ਸਾਰਿਆਂ ਲਈ ਹੈ ਗੱਲ ਟਰੂ। a ਇਜ਼ ਫੈਕਟਰ ਆਫ a, ਇਹਦਾ ਮਤਲਬ a, a ਬਿਲੋਂਗ ਕਰਦਾ ਰਿਲੇਸ਼ਨ ਨੂੰ। ਸੋ ਜਦੋਂ ਆਪਣਾ ਆਪਣੇ ਆਪ ਨਾਲ ਆ ਜਾਏ ਤਾਂ ਆਪਾਂ ਕੀ ਕੀਤਾ ਦੀ, ਸੋ ਇਟ ਇਜ਼ ਰਿਫਲੈਕਸਿਵ। ਤਾਂ ਆਪਾਂ ਨੂੰ ਪਤਾ ਚੱਲ ਗਿਆ ਵੀ ਇਹ ਰਿਫਲੈਕਸਿਵ ਹੈ। ਸਿਮੈਟ੍ਰਿਕ ਇਹਨਾਂ ਨੇ ਪੁੱਛਿਆ ਨਹੀਂ ਹੋਇਆ, ਵੈਸੇ ਮੈਂ ਤੁਹਾਨੂੰ ਐਵੇਂ ਦੱਸ ਦਿੰਦਾ ਸਿਮੈਟ੍ਰਿਕ ਹੋਊਗਾ ਜਾਂ ਨਾ। ਸਿਮੈਟ੍ਰਿਕ ਇਹ ਨਹੀਂ ਹੋਊਗਾ, ਕਿਉਂਕਿ ਸਿਮੈਟ੍ਰਿਕ ਤਾਂ ਨਹੀਂ ਹੋਊਗਾ, ਤੁਸੀਂ ਸੋਚ ਕੇ ਦੇਖ ਲਓ ਵੀ ਇੱਕ ਨੰਬਰ ਜੇ ਦੂਜੇ ਦਾ ਫੈਕਟਰ ਹੈ ਤਾਂ ਦੂਜਾ ਵੀ ਪਹਿਲੇ ਦਾ ਫੈਕਟਰ ਹੋਊਗਾ। ਨਹੀਂ, ਇਹ ਨੈਚੁਰਲ ਨੰਬਰ 'ਚ ਨਹੀਂ ਹੁੰਦਾ। ਜਿਵੇਂ ਐਗਜ਼ਾਮਪਲ ਲਈਏ ਵੀ 2 ਇਜ਼ ਫੈਕਟਰ ਆਫ 6 ਬਟ 6 ਇਜ਼ ਨਾਟ ਅ ਫੈਕਟਰ ਆਫ 2। ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਵੈਸੇ ਇੱਥੇ ਲੋੜ ਨਹੀਂ ਹੈਗੀ ਸ਼ੋਅ ਕਰਨ ਦੀ, ਤਾਂ ਕਰਕੇ ਮੈਂ ਸਿਮੈਟ੍ਰਿਕ ਵਾਲਾ ਪਾਰਟ ਨਹੀਂ ਕਰ ਰਿਹਾ। ਸਿਰਫ ਆਪਾਂ ਇਹ ਸ਼ੋਅ ਕਰਨਾ ਵੀ ਰਿਫਲੈਕਸਿਵ ਤੇ ਟ੍ਰਾਂਜ਼ਿਟਿਵ ਹੈਗਾ। ਤਾਂ ਤੁਸੀਂ ਸਿਮੈਟ੍ਰਿਕ ਵਾਲਾ ਪਾਰਟ ਵੀ ਕਰਕੇ ਦੇਖ ਸਕਦੇ ਹੋ। ਤੇ ਤੁਹਾਨੂੰ ਜਿਵੇਂ ਮੈਂ ਦੱਸਿਆ, ਹੁਣ ਆਪਾਂ ਟ੍ਰਾਂਜ਼ਿਟਿਵ ਦੀ ਗੱਲ ਕਰਦੇ ਹਾਂ। ਆਪਾਂ ਕੋਈ ਵੀ 3 ਨੰਬਰ ਲੈ ਲੈਂਦੇ ਹਾਂ। 4 a b c ਬਿਲੋਂਗ ਟੂ ਨੈਚੁਰਲ ਨੰਬਰ। ਮੰਨ ਲਓ a b c ਨੇ ਜਿਹੜੇ ਇਹ ਨੈਚੁਰਲ ਨੰਬਰ ਦੇ ਵਿੱਚੋਂ ਲੈਣੇ ਆਪਾਂ ਇਫ, ਕਿਉਂਕਿ ਪਹਿਲੀਆਂ ਦੋ ਕੰਡੀਸ਼ਨਸ ਹੁੰਦੀਆਂ ਨੇ ਟ੍ਰਾਂਜ਼ਿਟਿਵ ਲਈ। ਇਫ a is factor of b and b is factor of c, ਤਾਂ ਤੁਹਾਨੂੰ ਪਤਾ ਵੀ a is also factor of c। ਤਾਂ ਦੇਖੋ ਜੇ a b ਦਾ ਫੈਕਟਰ ਹੋਵੇ, b ਅੱਗੇ c ਦਾ ਹੋਵੇ, ਤਾਂ a b c ਦਾ ਫੈਕਟਰ ਹੋਊਗਾ ਹੀ ਹੋਊਗਾ। ਇਹਨੂੰ ਆਪਾਂ ਨਾਲ ਐਂ ਵੀ ਲਿਖ ਲੈਂਦੇ ਹਾਂ। ਇਹਦਾ ਮਤਲਬ ਵੀ a b ਰਿਲੇਟਡ ਨੇ, ਇਹਦਾ ਮਤਲਬ b ਤੇ c ਦਾ ਆਪਸ 'ਚ ਰਿਲੇਸ਼ਨ ਹੈ। ਤੇ ਇਹਦਾ ਮਤਲਬ ਕੀ ਹੋ ਗਿਆ ਕਿ a ਦਾ c ਨਾਲ ਵੀ ਰਿਲੇਸ਼ਨ ਹੋਲਡ ਕਰ ਗਿਆ। ਤਾਂ ਰਿਲੇਸ਼ਨ ਇਜ਼ ਟ੍ਰਾਂਜ਼ਿਟਿਵ, ਕਿਉਂਕਿ ਇਹਦਾ b ਨਾਲ ਰਿਲੇਸ਼ਨ ਸੀ, b ਦਾ c ਨਾਲ ਸੀ, ਤਾਂ ਇਹਦਾ ਵੀ c ਨਾਲ ਹੋ ਗਿਆ। ਤੁਸੀਂ ਮਾਈਂਡ 'ਚ ਐਗਜ਼ਾਮਪਲ ਵੀ ਸੋਚ ਕੇ ਦੇਖ ਸਕਦੇ ਹੋ। ਜਿਵੇਂ 2 4 ਦਾ ਫੈਕਟਰ ਹੈ, 4 8 ਦਾ ਫੈਕਟਰ ਹੈ, ਤਾਂ 2 ਵੀ 8 ਦਾ ਫੈਕਟਰ ਹੋਊਗਾ ਹੀ ਹੋਊਗਾ। ਤਾਂ ਇਹ ਫਸਟ ਕੁਐਸਚਨ ਜੋ ਆਪਾਂ ਨੂੰ ਸ਼ੋਅ ਕਰਨ ਨੂੰ ਕਿਹਾ ਹੋਇਆ ਸੀ ਵੀ ਰਿਫਲੈਕਸਿਵ ਤੇ ਟ੍ਰਾਂਜ਼ਿਟਿਵ ਸ਼ੋਅ ਕਰੋ, ਉਹ ਆਪਾਂ ਨੇ ਸ਼ੋਅ ਕਰਤਾ। ਸੈਕੰਡ ਕੁਐਸਚਨ ਹੈ ਆਪਣਾ, ਚੈੱਕ ਰਿਲੇਸ਼ਨ ਇਜ਼ ਰਿਫਲੈਕਸਿਵ, ਸਿਮੈਟ੍ਰਿਕ ਔਰ ਟ੍ਰਾਂਜ਼ਿਟਿਵ। ਨੀਚੇ ਆਪਾਂ ਨੂੰ ਦੋ ਪਾਰਟ ਨੇ ਇਹਦੇ, ਪਹਿਲਾਂ ਆਪਾਂ ਫਸਟ ਪਾਰਟ ਕਰਦੇ ਹਾਂ। ਆਪਾਂ ਨੂੰ ਪੁੱਛਿਆ ਹੋਇਆ ਵੀ ਰਿਲੇਸ਼ਨ ਦੱਸੋ ਵੀ ਰਿਫਲੈਕਸਿਵ, ਸਿਮੈਟ੍ਰਿਕ ਜਾਂ ਟ੍ਰਾਂਜ਼ਿਟਿਵ ਚੋਂ ਇਹ ਕੀ ਹੈ, ਕੀ ਹੋ ਸਕਦਾ। ਤਾਂ ਰਿਲੇਸ਼ਨ ਧਿਆਨ ਨਾਲ ਪੜ੍ਹਦੇ ਹਾਂ। ਰਿਲੇਸ਼ਨ ਆਰ ਇਨ ਦਾ ਸੈਟ A 1, 2, 3 up to 14।
ਤਾਂ ਜਿਹੜਾ ਰਿਲੇਸ਼ਨ ਹੈ ਜਿਹੜਾ ਆਪਾਂ ਚੈੱਕ ਕਰਨਾ ਉਹ ਸਿਰਫ ਇਹਨਾਂ ਨੰਬਰਸ ਦੇ ਵਿੱਚ ਹੀ ਚੈੱਕ ਕਰਨਾ 1 ਤੋਂ ਲੈ ਕੇ 14 ਤੱਕ। ਤੇ ਰਿਲੇਸ਼ਨ ਕੀ ਹੈ, x ਤੇ y ਦੇ ਵਿੱਚ ਇਹ ਰਿਲੇਸ਼ਨ ਹੈ ਕਿ 3x y ਹਮੇਸ਼ਾ 0 ਦੇ ਇਕੁਅਲ ਆਉਂਦਾ। ਇਹਨੂੰ ਜੇ ਆਪਾਂ ਥੋੜਾ ਜਿਹਾ ਸਿੰਪਲੀਫਾਈ ਕਰਕੇ ਲਿਖੀਏ ਇਸੇ ਗੱਲ ਨੂੰ, 3x y ਇਕੁਅਲ ਟੂ 0 ਦੇ ਇਕੁਅਲ ਆਉਣ ਦਾ ਮਤਲਬ ਕੀ ਆ, ਜੇ ਆਪਾਂ -y ਉਧਰ ਭੇਜ ਦਈਏ ਤਾਂ ਇਹ +y ਹੋ ਜੂ। ਜਾਣੀ ਅਸਲ ਦੇ ਵਿੱਚ ਉਹ ਕਹਿਣ ਦਾ ਮਤਲਬ ਇਹ ਕਹਿਣਾ ਇੱਕੋ ਹੀ ਗੱਲ ਹੈ। ਤਾਂ ਆਪਾਂ ਇਹ ਦੇਖਣਾ ਕਿ 3x y ਕਿਹੜੇ ਕਿਹੜੇ ਨੰਬਰਸ ਲਈ ਆਉਂਦਾ, ਤੇ ਜਿਹੜੇ x ਤੇ y ਨੇ ਉਹ ਇਹਨਾਂ ਦੇ ਵਿੱਚੋਂ ਹੀ ਲੈਣੇ ਨੇ। ਤਾਂ ਕਿਵੇਂ ਆਪਾਂ ਕਰਾਂਗੇ ਇਹਨੂੰ, ਪਹਿਲਾਂ ਆਪਾਂ ਕੀ ਕਰਦੇ ਹਾਂ, x ਦੀ ਜਗ੍ਹਾ 'ਚ ਕੋਈ ਨੰਬਰ ਪੁੱਟ ਕਰਕੇ ਦੇਖ ਲੈਂਦੇ ਹਾਂ। ਜਿਵੇਂ ਪੁੱਟ x = 1, ਜਦੋਂ x 1 ਪੁੱਟ ਕੀਤਾ ਤਾਂ ਇੱਥੇ 1 ਆ ਜਾਊਗਾ, x ਦੀ ਜਗ੍ਹਾ ਤੇ 1 ਆ ਜਾਊਗਾ, ਇੱਥੇ y ਆ ਜੂ। y ਦੀ ਵੈਲਿਊ ਕਿੰਨੀ ਆ ਗਈ, y = 3 ਆ ਗਿਆ। ਐਵੇਂ ਆਪਾਂ x ਨੂੰ 2 ਪੁੱਟ ਕਰਾਂਗੇ ਤਾਂ ਤੁਸੀਂ ਦੇਖੋਗੇ ਵੀ 3 × 2 y ਦੀ ਵੈਲਿਊ 6 ਆ ਜੂ। ਸਿਮਿਲਰਲੀ ਆਪਾਂ x ਨੂੰ 3 ਪੁੱਟ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ 3 3 9 ਆ ਜੂਗੀ। ਐਵੇਂ ਆਪਾਂ ਜਦੋਂ x ਨੂੰ 4 ਪੁੱਟ ਕਰਾਂਗੇ ਤਾਂ y ਦੀ ਵੈਲਿਊ 4 3 12 ਆ ਜੂ। ਜਦੋਂ x ਨੂੰ 5 ਪੁੱਟ ਕਰਾਂਗੇ ਤਾਂ 5 3 15, ਜਿਹੜਾ ਕਿ ਇਹਦੇ ਵਿੱਚੋਂ ਨਹੀਂ ਆ ਰਿਹਾ, ਤਾਂ x ਵੀ ਇਹਦੇ ਵਿੱਚੋਂ ਆਉਣਾ ਚਾਹੀਦਾ ਤੇ y ਵੀ ਇਹਦੇ ਵਿੱਚੋਂ। ਜੇ 4 ਤੋਂ ਵੱਡੀ ਕੋਈ ਵੀ ਵੈਲਿਊ 5 6 ਆਪਾਂ x ਦੀ ਜਗ੍ਹਾ ਤੇ ਪੁੱਟ ਕਰਾਂਗੇ ਤਾਂ y ਦੀਆਂ ਵੈਲਿਊਜ਼ ਵੱਡੀਆਂ ਆਉਣ ਲੱਗ ਜਾਣਗੀਆਂ, ਉਹ ਇਸ ਸੈੱਟ 'ਚ ਨਹੀਂ ਹੋਣੀਆਂ। ਤਾਂ ਸਿਰਫ ਇਹੀ ਵੈਲਿਊਜ਼ ਆਪਣੀ ਡੋਮੇਨ ਤੇ ਰੇਂਜ ਨੇ। ਤਾਂ ਹੁਣ ਇਹ ਤੋਂ ਆਪਾਂ ਇਹਦੀ ਹੈਲਪ ਨਾਲ ਰਿਲੇਸ਼ਨ ਕਿਵੇਂ ਲਿਖਾਂਗੇ, ਐਵੇਂ ਲਿਖਾਂਗੇ x ਨੂੰ 1 ਪੁੱਟ ਕੀਤਾ, y ਦੀ ਵੈਲਿਊ ਕਿੰਨੀ ਆਈ ਹੈ 3। x ਨੂੰ 2 ਪੁੱਟ ਕੀਤਾ, y ਦੀ ਵੈਲਿਊ ਕਿੰਨੀ ਆਈ ਹੈ 6। x ਨੂੰ 3 ਪੁੱਟ ਕੀਤਾ ਤਾਂ y 9 ਆਈ ਹੈ। x ਨੂੰ 4 ਪੁੱਟ ਕੀਤਾ ਤਾਂ ਧਿਆਨ ਰੱਖਣਾ ਵੀ x ਦੀ ਵੈਲਿਊ ਹਮੇਸ਼ਾ ਪਹਿਲਾਂ ਲਿਖਣੀ ਹੁੰਦੀ ਹੈ, y ਬਾਅਦ ਦੇ ਵਿੱਚ, ਤੇ ਪਹਿਲੀ ਹਮੇਸ਼ਾ ਡੋਮੇਨ ਹੁੰਦੀ ਹੈ ਤੇ ਦੂਜੀ ਰੇਂਜ। ਤਾਂ ਇਹ ਰਿਲੇਸ਼ਨ ਆਪਾਂ ਡਿਫਾਈਨਡ ਕਰ ਲਿਆ। ਹੁਣ ਇਹ ਰਿਲੇਸ਼ਨ ਦੇਖਣਾ ਆਪਾਂ ਨੇ, ਜਿਹੜਾ ਕੁਐਸਚਨ ਸੀਗਾ ਕਿ ਰਿਫਲੈਕਸਿਵ, ਸਿਮੈਟ੍ਰਿਕ, ਟ੍ਰਾਂਜ਼ਿਟਿਵ ਕੀ ਇਹ ਰਿਲੇਸ਼ਨ ਹੈਗਾ। ਤਾਂ ਦੇਖੋ ਰਿਫਲੈਕਸਿਵਲੀ ਇਹ ਦੇਖੋ ਵੀ ਕਿਤੇ 1 ਦਾ ਰਿਲੇਸ਼ਨ 1 ਨਾਲ ਹੈਗਾ ਜਾਂ 2 ਦਾ 2 ਨਾਲ ਨਹੀਂ, ਤਾਂ ਆਪਾਂ ਲਿਖ ਦਾਂਗੇ ਇਟ ਇਜ਼ not reflexive। ਰੀਜ਼ਨ ਵੀ ਲਿਖ ਸਕਦੇ ਹਾਂ because 1,1 does not belong to relation, ਕਿਉਂਕਿ ਇਹਦੇ ਵਿੱਚ ਕਿਤੇ ਵੀ 1,1 ਨਹੀਂ ਹੈਗਾ। ਉਸੇ ਤਰੀਕੇ ਨਾਲ ਆਪਾਂ ਹੁਣ ਸਿਮੈਟ੍ਰਿਕ ਦੇਖੋ, 1 ਦਾ ਰਿਲੇਸ਼ਨ 3 ਨਾਲ ਹੈਗਾ, ਕਿ 3 ਦਾ 1 ਨਾਲ ਕਿਤੇ ਪਿਆ ਨਹੀਂ ਹੈਗਾ, ਤਾਂ it is not symmetric। ਇਹਦਾ ਰੀਜ਼ਨ ਵੀ ਆਪਾਂ ਲਿਖ ਸਕਦੇ ਹਾਂ because 1,3 belong to real number does not implies that 3,1 belong to R। ਵੀ 1,3 ਤਾਂ ਪਿਆ ਪਰ 3,1 ਵਿੱਚ ਨਹੀਂ ਪ੍ਰੈਜ਼ੈਂਟ ਹੈਗਾ। ਸਿਮਿਲਰਲੀ ਆਪਾਂ ਦੇਖਦੇ ਹਾਂ ਕਿ ਇਹ ਟ੍ਰਾਂਜ਼ਿਟਿਵ ਹੈਗਾ, ਉਹਦੇ ਲਈ ਆਪਾਂ ਦੇਖਦੇ ਹਾਂ, ਦੇਖੋ 1 ਦਾ 3 ਨਾਲ ਰਿਲੇਸ਼ਨ ਪਿਆ, 3 ਦਾ 9 ਨਾਲ ਪਿਆ, ਪਰ ਕਿਤੇ 1 ਦਾ 9 ਨਾਲ ਨਹੀਂ ਹੈਗਾ, ਤਾਂ ਇਹ ਵੀ ਕੀ ਹੋ ਗਿਆ, ਇਟ ਇਜ਼ not transitive। ਰੀਜ਼ਨ ਕੀ ਹੈ, ਬਿਕੋਜ਼ 1,3 ਪਿਆ ਇਹਦੇ ਵਿੱਚ, 1 ਦਾ ਰਿਲੇਸ਼ਨ 3 ਨਾਲ ਹੈ ਤੇ 3 ਦਾ ਰਿਲੇਸ਼ਨ 9 ਨਾਲ ਵੀ ਹੈਗਾ, ਬਟ 1 ਦਾ ਰਿਲੇਸ਼ਨ 9 ਨਾਲ ਨਹੀਂ ਹੈਗਾ, ਤਾਂ ਇਹ ਟ੍ਰਾਂਜ਼ਿਟਿਵ ਨਹੀਂ ਹੈਗਾ। ਤਾਂ ਇਹ ਕੁਐਸਚਨ ਦਾ ਫਸਟ ਪਾਰਟ ਹੋ ਗਿਆ। ਹੁਣ ਆਪਾਂ ਸੈਕੰਡ ਪਾਰਟ ਦੇਖੋ। ਇਹ ਵੀ ਰਿਲੇਸ਼ਨ ਨੈਚੁਰਲ ਨੰਬਰ ਦੇ ਉੱਪਰ ਹੈ, ਤਾਂ ਕਰਕੇ ਮੈਂ ਲਿਖਿਆ ਨਹੀਂ। ਰਿਲੇਸ਼ਨ ਇਹੀ ਹੈ ਕਿ x ਤੇ y 'ਚ ਰਿਲੇਸ਼ਨ ਹੈ ਕਿ x ਦੇ ਵਿੱਚ 5 ਐਡ ਕਰਕੇ y ਦੇ ਇਕੁਅਲ ਆ ਜਾਂਦਾ ਹੈ, ਪਰ ਇੱਕ ਗੱਲ ਨਹੀਂ ਦੱਸੀ ਹੋਈ, ਨਾਲ ਇਹ ਵੀ ਗਿਵਨ ਹੈ ਕਿ x ਹਮੇਸ਼ਾ 4 ਤੋਂ ਲੈਸ ਹੋਣਾ ਚਾਹੀਦਾ ਹੈ। ਤਾਂ ਦੇਖੋ x 4 ਤੋਂ ਲੈਸ ਕੀ ਹੋ ਸਕਦਾ ਨੈਚੁਰਲ ਨੰਬਰ, ਤਾਂ x ਦੀ ਵੈਲਿਊ 1 ਵੀ ਹੋ ਸਕਦੀ ਹੈ, ਕਿਉਂਕਿ ਨੈਚੁਰਲ ਲੈਣੇ ਨੇ, ਉਦੋਂ ਛੋਟੇ ਲੈਣੇ ਨਹੀਂ। 2 ਵੀ ਹੋ ਸਕਦੀ ਹੈ, 3 ਵੀ ਹੋ ਸਕਦੀ ਹੈ, 4 ਆਪਾਂ ਨਹੀਂ ਲੈ ਸਕਦੇ ਕਿਉਂਕਿ ਕੰਡੀਸ਼ਨ ਦਿੱਤੀ ਹੋਈ ਹੈ x ਸ਼ੁੱਡ ਵੀ ਲੈਸ ਦੈਨ 4। ਤਾਂ x ਦੀ ਵੈਲਿਊ ਆਪਾਂ ਨੂੰ ਪਤਾ ਚੱਲ ਗਈ। ਤਾਂ ਹੁਣ x ਜਦੋਂ ਆਪਾਂ ਇੱਥੇ ਪੁੱਟ ਕਰਾਂਗੇ ਤਾਂ y ਦੀ ਵੈਲਿਊ ਇੱਥੇ ਕਿੰਨੀ ਆ ਜੂਗੀ, 1 + 5 ਮਤਲਬ 6 ਆ ਜੂ। ਐਵੇਂ ਹੀ ਇੱਥੇ ਪੁੱਟ ਕਰਾਂਗੇ, ਜਦੋਂ x ਨੂੰ 2 ਪੁੱਟ ਕਰਾਂਗੇ ਤਾਂ 2 + 5 ਉਹ ਆ ਜੂਗੀ 7। ਉਸੇ ਤਰੀਕੇ ਨਾਲ ਜਦੋਂ ਇੱਥੇ ਆਪਾਂ 3 ਪੁੱਟ ਕਰਾਂਗੇ, 3 + 5 ਆ ਜੂਗੀ 8। ਤਾਂ ਸਿਰਫ ਇਹੀ ਪੋਸੀਬਲ ਨੇ। ਤਾਂ ਰਿਲੇਸ਼ਨ ਕੀ ਬਣ ਜੂਗਾ, 1,6 x ਦੀ ਵੈਲਿਊ ਪਹਿਲਾਂ y ਦੀ ਬਾਅਦ ਦੇ ਵਿੱਚ, ਐਵੇਂ 2,7, ਐਵੇਂ 3,8। ਤਾਂ ਸਿਰਫ ਇੰਨਾ ਰਿਲੇਸ਼ਨ ਬਣ ਗਿਆ ਜਿਹੜਾ ਕਿ ਨਾ ਰਿਫਲੈਕਸਿਵ ਹੈ,
ਨਾ ਸਿਮੈਟ੍ਰਿਕ ਹੈ ਨਾ ਟ੍ਰਾਂਜ਼ਿਟਿਵ ਹੈ, ਕਿਉਂਕਿ ਨਾ 1,1 ਬਿਲੋਂਗ ਕਰਦਾ, ਨਾ 1,6 ਹੈ, 6,1 ਨਹੀਂ ਹੈਗਾ, ਤੇ ਇਹ ਟ੍ਰਾਂਜ਼ਿਟਿਵ ਟ੍ਰਾਂਜ਼ਿਟਿਵ ਇਹ ਹੈਗਾ। ਉਹਦਾ ਕਾਰਨ ਕੀ ਹੈ, ਕਿਉਂਕਿ 1 ਦਾ ਰਿਲੇਸ਼ਨ 6 ਨਾਲ ਹੈ, 6 ਦਾ ਅੱਗੇ ਕਿਸੇ ਹੋਰ ਨਾਲ ਵਿੱਚ ਪ੍ਰੈਜ਼ੈਂਟ ਹੀ ਨਹੀਂ ਹੈਗਾ, ਤਾਂ ਕਰਕੇ ਆਪਾਂ A ਦਾ ਰਿਲੇਸ਼ਨ B ਨਾਲ ਇੱਥੇ ਹੈਗਾ ਇੱਕ ਤਰ੍ਹਾਂ, ਤੇ B ਦਾ C ਨਾਲ ਵੀ ਤਾਂ ਚਾਹੀਦਾ ਸੀ ਨਾ, ਤਾਂ ਹੀ ਆਪਾਂ ਅੱਗੇ A ਦਾ C ਨਾਲ ਦੇਖਾਂਗੇ। ਪਹਿਲੀਆਂ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਪਰ 1 ਦਾ 6 ਨਾਲ, 6 ਦਾ ਅੱਗੇ ਕਿਸੇ ਨਾਲ ਹੈ ਹੀ ਨਹੀਂ, ਪਹਿਲੀਆਂ ਦੋ ਹੀ ਪ੍ਰੈਜ਼ੈਂਟ ਨਹੀਂ, ਤਾਂ ਇਹਨੂੰ ਆਪਾਂ ਕਹਾਂਗੇ ਵੀ ਇਹ ਟ੍ਰਾਂਜ਼ਿਟਿਵ ਇਹ ਹੈਗਾ। ਕਈ ਬੁੱਕਸ ਦੇ ਵਿੱਚ ਇਹ ਗਲਤ ਦਿੱਤਾ ਪਿਆ ਹੁੰਦਾ, ਤਾਂ ਤੁਸੀਂ ਨੋਟ ਕਰ ਲਿਓ ਵੀ ਇਹ ਟ੍ਰਾਂਜ਼ਿਟਿਵ ਹੈਗਾ ਰਿਲੇਸ਼ਨ, ਰਿਫਲੈਕਸਿਵ ਤੇ ਸਿਮੈਟ੍ਰਿਕ ਨਹੀਂ ਹੈਗਾ। ਆਪਣਾ ਥਰਡ ਕੁਐਸਚਨ ਹੈ, ਇੱਕ ਰਿਲੇਸ਼ਨ ਹੈ A ਤੇ B ਦੇ ਵਿੱਚ, A ਲੈਸ ਦੈਨ ਇਕੁਅਲ ਟੂ B ਹੈ। ਇਹ ਕਹਿੰਦੇ ਸ਼ੋਅ ਕਰੋ ਵੀ ਰਿਫਲੈਕਸਿਵ ਤੇ ਟ੍ਰਾਂਜ਼ਿਟਿਵ ਹੈਗਾ ਪਰ ਸਿਮੈਟ੍ਰਿਕ ਨਹੀਂ ਹੈਗਾ, ਤੇ ਸਾਰੇ ਰੀਅਲ ਨੰਬਰ ਦੇ ਉੱਪਰ ਚੈੱਕ ਕਰਨਾ, ਇਹ ਵੀ ਕੁਐਸਚਨ ਦੇ ਵਿੱਚ ਲਿਖਿਆ ਹੋਇਆ। ਤਾਂ ਆਪਾਂ ਦੇਖਦੇ ਹਾਂ ਵੀ ਕੀ ਰਿਫਲੈਕਸਿਵ ਹੈਗਾ। ਹੁਣ ਤੁਸੀਂ ਦੱਸੋ ਵੀ A ਦਾ B ਨਾਲ ਨਹੀਂ ਦੇਖਣਾ ਰਿਫਲੈਕਸਿਵਲੀ, A ਦਾ A ਨਾਲ ਹੀ ਸੋਚਣਾ। ਦੇਖੋ, ਕਿਉਂਕਿ ਤੁਹਾਨੂੰ ਪਤਾ ਬਿਕੋਜ਼ A ਲੈਸ ਦੈਨ ਇਕੁਅਲ ਟੂ A, ਇਹ ਗੱਲ ਦੱਸੋ ਟਰੂ ਹੈ ਜਾਂ ਫਾਲਸ ਹੈ? ਹਾਂ ਟਰੂ ਹੈ। ਜੇ ਇਕੱਲਾ ਲੈਸ ਦੈਨ ਦਾ ਸਾਈਨ ਹੁੰਦਾ ਤਾਂ ਹੀ ਫਾਲਸ ਹੋ ਜਾਂਦੀ, ਕਿਉਂਕਿ A ਤੋਂ ਛੋਟਾ ਤਾਂ ਹੁੰਦਾ ਨਹੀਂ, ਕੋਈ ਨੰਬਰ ਆਪਣੇ ਆਪ ਤੋਂ ਛੋਟਾ ਤਾਂ ਹੁੰਦਾ ਨਹੀਂ, ਪਰ ਕਿਉਂਕਿ ਨਾਲ ਇਕੁਅਲ ਟੂ ਦਾ ਸਾਈਨ ਪਿਆ ਤਾਂ ਕਰਕੇ ਆਪਾਂ ਲਿਖ ਸਕਦੇ ਹਾਂ ਵੀ A ਲੈਸ ਦੈਨ ਇਕੁਅਲ ਟੂ A ਹੁੰਦਾ ਹੈ। ਤਾਂ ਇਹ ਚੀਜ਼ ਹੈਗੀ ਹੈ, ਬਿਕੋਜ਼ ਦਿਸ A ਲੈਸ ਦੈਨ ਇਕੁਅਲ ਟੂ A ਹੁੰਦਾ, ਇਸ ਲਈ ਸੋ A, A ਬਿਲੋਂਗ ਟੂ R, ਆ ਲਿਖਣਾ ਸਿੱਖ ਲਓ ਧਿਆਨ ਨਾਲ ਵੀ A, A R ਨੂੰ ਬਿਲੋਂਗ ਕਰਦਾ, ਤੇ ਜੇ ਕਰਦਾ ਤਾਂ ਇਹਦਾ ਮਤਲਬ ਇਹ ਰਿਫਲੈਕਸਿਵ ਹੈ। ਇਹ ਵੀ ਨਾਲ ਲਿਖ ਸਕਦੇ ਹਾਂ A ਲੈਸ ਦੈਨ ਇਕੁਅਲ ਟੂ A ਫੋਰ ਆਲ A ਬਿਲੋਂਗ ਟੂ ਰੀਅਲ ਨੰਬਰ, ਰੀਅਲ ਵਾਲੀ R ਥੋੜੀ ਜਿਹੀ ਡਾਰਕ ਲਿਖ ਲੈਣੀ ਹੁੰਦੀ ਆ, ਤਾਂ ਆ ਫੋਰ ਆਲ ਦਾ ਸਿੰਬਲ ਹੁੰਦਾ, ਉਲਟੀ A ਪਾ ਕੇ ਵਿੱਚ ਦੀ ਲਾਈਨ ਐਵੇਂ ਵੱਡੀ ਕਰ ਦੇਵੇ, ਤਾਂ ਇਹ ਮੈਂ ਇਹ ਲਿਖ ਲਿਆ ਵੀ A ਹਮੇਸ਼ਾ ਲੈਸ ਦੈਨ ਇਕੁਅਲ ਟੂ A ਲਿਖਿਆ ਜਾ ਸਕਦਾ ਕਿਸੇ ਵੀ ਨੰਬਰ ਲਈ, 4 ਲਈ ਵੀ, 5 ਲਈ ਵੀ, 6 ਲਈ ਵੀ, ਹਮੇਸ਼ਾ ਹਰੇਕ ਨੰਬਰ ਲਈ ਇਹ ਲਿਖਿਆ ਜਾ ਸਕਦਾ, ਤਾਂ ਇਹ ਰਿਫਲੈਕਸਿਵ ਹੈਗਾ। ਅਗਲੀ ਚੀਜ਼ ਆਪਾਂ ਦੇਖਦੇ ਹਾਂ ਸਿਮੈਟ੍ਰਿਕ। ਦੇਖੋ, ਜੇ ਇੱਕ ਨੰਬਰ ਦੂਜੇ ਤੋਂ ਛੋਟਾ, ਕਿ ਦੂਜਾ ਵੀ ਜ਼ਰੂਰੀ ਆ ਪਹਿਲੇ ਤੋਂ ਛੋਟਾ ਹੋਊਗਾ? ਨਹੀਂ। ਦੇਖੋ, ਜਿਵੇਂ ਇਫ ਮੰਨ ਲਓ A ਦਾ B ਨਾਲ ਰਿਲੇਸ਼ਨ ਹੈਗਾ, ਇਹਦਾ ਕੀ ਮਤਲਬ ਹੈ? B ਹੈ ਜਿਹੜਾ ਉਹ B ਤੋਂ ਛੋਟਾ ਹੈ। ਕੀ ਇਹਦਾ ਮਤਲਬ ਇਹ ਹੈ ਵੀ B ਵੀ A ਤੋਂ ਛੋਟਾ? ਕੀ ਇਹ ਗੱਲ ਸਹੀ ਹੈ? ਨਹੀਂ, ਇਟ ਡਜ਼ ਨਾਟ ਇੰਪਲਾਈ ਦੈਟ B ਲੈਸ ਦੈਨ ਇਕੁਅਲ ਟੂ A। ਇਹਦਾ ਮਤਲਬ B ਦਾ A ਨਾਲ ਰਿਲੇਸ਼ਨ ਨਹੀਂ ਹੈਗਾ। ਤਾਂ A ਦਾ B ਨਾਲ ਰਿਲੇਸ਼ਨ ਹੈਗਾ, ਤੇ ਮਤਲਬ A B ਤੋਂ ਜੇ ਛੋਟਾ ਹੋਵੇ ਤਾਂ B A ਤੋਂ ਛੋਟਾ ਨਹੀਂ ਹੁੰਦਾ, ਤਾਂ ਮਤਲਬ B ਦਾ A ਨਾਲ ਰਿਲੇਸ਼ਨ ਨਹੀਂ ਹੈਗਾ, ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਅਗਲੀ ਗੱਲ ਕਰਦੇ ਹਾਂ ਟ੍ਰਾਂਜ਼ਿਟਿਵ। ਟ੍ਰਾਂਜ਼ਿਟਿਵ ਕਿਵੇਂ ਪਤਾ ਲੱਗੂਗਾ? ਦੇਖੋ, ਜੇ ਇੱਕ ਨੰਬਰ ਦੂਜੇ ਤੋਂ ਛੋਟਾ ਹੋਵੇ, ਹਨਾ, ਜਾਂ ਇਹ ਕਹਿ ਲਓ ਵੀ A ਦਾ B ਨਾਲ ਰਿਲੇਸ਼ਨ ਹੋਵੇ, ਤੇ ਜੇ ਉਵੇਂ B ਦਾ C ਨਾਲ ਰਿਲੇਸ਼ਨ ਹੋਵੇ, ਮਤਲਬ B C ਤੋਂ ਛੋਟਾ ਹੋਵੇ, ਤਾਂ ਹਮੇਸ਼ਾ A ਵੀ C ਤੋਂ ਛੋਟਾ ਹੋਊਗਾ ਹੀ ਹੋਊਗਾ, ਠੀਕ ਹੈ ਨਾ? ਕਿਉਂਕਿ ਦੇਖੋ, ਇੱਕ ਨੰਬਰ ਦੂਜੇ ਤੋਂ ਛੋਟਾ, ਜਿਵੇਂ 2 3 ਤੋਂ ਛੋਟਾ, 3 4 ਤੋਂ ਛੋਟਾ, ਤਾਂ 2 ਵੀ ਤਾਂ 4 ਤੋਂ ਛੋਟਾ ਹੋਊਗਾ ਹੀ। ਉਸੇ ਤਰੀਕੇ ਨਾਲ ਜੇ A ਦਾ ਰਿਲੇਸ਼ਨ B ਨਾਲ ਹੈ, B ਦਾ C ਨਾਲ, ਤਾਂ A ਦਾ ਵੀ C ਨਾਲ ਹੋਊਗਾ ਹੀ ਹੋਊਗਾ, ਤਾਂ ਇਹ ਟ੍ਰਾਂਜ਼ਿਟਿਵ ਹੈਗਾ। ਮੈਨੂੰ ਲੱਗਦਾ ਤੁਹਾਨੂੰ ਇਹ ਲਿਖਣਾ ਵੀ ਆ ਗਿਆ ਹੋਊਗਾ, ਤਾਂ ਐਵੇਂ ਤੁਸੀਂ ਇਹਨੂੰ ਲਿਖ ਸਕਦੇ ਹੋ। ਤਾਂ ਇਹ ਆਪਣਾ ਥਰਡ ਕੁਐਸਚਨ ਹੋ ਗਿਆ। ਫੋਰਥ ਕੁਐਸਚਨ ਹੈ ਆਪਣਾ, ਪ੍ਰੂਵ ਦੈਟ ਰਿਲੇਸ਼ਨ ਇਨ ਦਾ ਸੈਟ ਆਫ ਨੈਚੁਰਲ ਨੰਬਰਸ ਡਿਫਾਈਨਡ ਐਜ਼, ਇਹ ਰਿਲੇਸ਼ਨ ਦਿੱਤਾ ਹੋਇਆ A ਡਿਵਾਈਡਸ B, ਕਿ A ਡਿਵਾਈਡ ਕਰ ਰਿਹਾ B ਨੂੰ, ਠੀਕ ਹੈ। ਕਹਿੰਦੇ ਸ਼ੋਅ ਕਰੋ ਵੀ ਇਹ ਰਿਫਲੈਕਸਿਵ ਤੇ ਟ੍ਰਾਂਜ਼ਿਟਿਵ ਹੈਗਾ, ਸਿਮੈਟ੍ਰਿਕ ਨਹੀਂ ਹੈਗਾ। ਚਲੋ ਦੇਖਦੇ ਹਾਂ ਆਪਾਂ ਰਿਫਲੈਕਸਿਵਲੀ ਕੀ ਕਰਨਾ ਪਊਗਾ। ਇੱਕ ਨੰਬਰ, ਕੋਈ ਵੀ ਨੈਚੁਰਲ ਨੰਬਰ, ਤੁਸੀਂ ਦੱਸੋ ਵੀ ਆਪਣੇ ਆਪ ਨੂੰ ਡਿਵਾਈਡ ਕਰਦਾ? ਹਾਂ, ਹੋਰ ਕਿਸੇ ਨੂੰ ਵੀ ਕਰੇ ਨਾ ਕਰੇ, ਹਰੇਕ ਨੰਬਰ ਆਪਣੇ ਆਪ ਨੂੰ ਜ਼ਰੂਰ ਡਿਵਾਈਡ ਕਰਦਾ ਹੁੰਦਾ। ਜਿਵੇਂ 3 ਦੇ ਟੇਬਲ ਤੇ 3 ਜ਼ਰੂਰ ਆਉਂਦਾ ਹੈ, 4 ਦੇ ਟੇਬਲ ਤੇ 4 ਜ਼ਰੂਰ ਆਉਂਦਾ ਹੈ, ਤਾਂ ਆਪਾਂ ਲਿਖਾਂਗੇ ਫੋਰ ਆਲ A ਬਿਲੋਂਗ ਟੂ ਨੈਚੁਰਲ ਨੰਬਰ। ਮਤਲਬ ਜੇ ਕੋਈ ਵੀ A ਲਈ ਆਪਾਂ ਨੈਚੁਰਲ ਨੰਬਰ ਤੋਂ, ਕਿਉਂਕਿ ਸਾਰਿਆਂ ਲਈ ਦੇਖਣਾ ਹੁੰਦਾ ਨਾ ਰਿਫਲੈਕਸਿਵ, ਐ ਨਹੀਂ ਵੀ ਇੱਕ ਅੱਧਾ ਨੰਬਰ ਬਸ ਹੋਲਡ ਕਰਦਾ ਹੋਵੇ, ਹਰੇਕ ਨੰਬਰ ਹੋਲਡ ਕਰਦਾ ਹੋਣਾ ਚਾਹੀਦਾ। ਕੋਈ ਵੀ A ਹੈ ਜਿਹੜਾ ਨੈਚੁਰਲ ਨੰਬਰ ਦੇ ਵਿੱਚੋਂ ਲਈਏ, ਆਪਾਂ ਨੂੰ ਪਤਾ
A ਡਿਵਾਈਡਸ A, ਠੀਕ ਹੈ ਨਾ, A ਨੂੰ ਡਿਵਾਈਡ ਕਰਦਾ, ਇਹਦਾ ਮਤਲਬ ਇਹ ਆਪਾਂ A ਡਿਵਾਈਡ ਦਾ ਸਾਈਨ ਵੀ ਪਾ ਸਕਦਾ ਤੇ A ਡਿਵਾਈਡਸ ਵੀ ਲਿਖ ਸਕਦੇ ਹਾਂ, ਠੀਕ ਹੈ ਨਾ। ਤਾਂ A, A ਹੈ ਜਿਹੜਾ ਉਹ ਬਿਲੋਂਗ ਕਰਦਾ R ਨੂੰ, ਤਾਂ ਇਹ ਰਿਫਲੈਕਸਿਵ ਹੈਗਾ। ਹੁਣ ਗੱਲ ਕਰਦੇ ਹਾਂ ਸਿਮੈਟ੍ਰਿਕ ਦੀ। ਜੇ ਸਿਮੈਟ੍ਰਿਕਲੀ ਦੇਖੋ, ਜੇ A B ਰਿਲੇਟਡ ਹੋਊਗਾ ਆਪਸ 'ਚ, ਮਤਲਬ ਜੇ A B ਨੂੰ ਡਿਵਾਈਡ ਕਰਦਾ ਹੋਵੇ ਤਾਂ ਤੁਸੀਂ ਦੱਸੋ ਕਿ B ਵੀ A ਨੂੰ ਡਿਵਾਈਡ ਕਰੂਗਾ, ਕਿ ਇਹ ਸਹੀ ਹੈ? ਨਹੀਂ, ਇਹ ਨਹੀਂ ਸਹੀ। ਮਤਲਬ B ਦਾ ਰਿਲੇਸ਼ਨ A ਨਾਲ ਨਹੀਂ ਹੁੰਦਾ, ਠੀਕ ਹੈ, ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਤੁਸੀਂ ਐਗਜ਼ਾਮਪਲ ਵੀ ਨਾਲ ਸਮਝ ਸਕਦੇ ਹੋ, ਜਿਵੇਂ ਤੁਹਾਨੂੰ ਪਤਾ ਕਿ 4 ਡਿਵਾਈਡਸ 2 ਹੁੰਦਾ ਹੈ, ਕਿਉਂਕਿ 4 ਨੂੰ 2 ਨਾਲ ਡਿਵਾਈਡ ਕਰਕੇ ਕੋਈ ਨੈਚੁਰਲ ਨੰਬਰ ਆਉਂਦਾ ਹੈ, ਪਰ 2 4 ਨੂੰ ਡਿਵਾਈਡ ਕਰਕੇ ਨੈਚੁਰਲ ਨੰਬਰ ਨਹੀਂ ਆਉਂਦਾ, ਤਾਂ ਇਹ ਚੀਜ਼ ਹੈ ਜਿਹੜੀ ਇਹ ਸਿਮੈਟ੍ਰਿਕ ਨਹੀਂ ਹੈਗੀ। ਤਾਂ ਹੁਣ ਰਹਿ ਗਿਆ ਟ੍ਰਾਂਜ਼ਿਟਿਵ। ਟ੍ਰਾਂਜ਼ਿਟਿਵ ਦੇਖਦੇ ਹਾਂ ਹੈਗਾ ਜਾਂ ਨਾ। ਤਾਂ ਦੇਖੋ, ਪਹਿਲਾਂ ਦੋ ਚੀਜ਼ਾਂ ਲੈਟ ਕਰਨੀਆਂ ਪੈਣਗੀਆਂ। ਮੰਨ ਲਓ A B ਵੀ ਰਿਲੇਟਡ ਹੈ ਆਪਸ 'ਚ, ਤੇ B ਤੇ C ਵੀ ਰਿਲੇਟਡ ਹੈ। ਮਤਲਬ A ਦਾ ਰਿਲੇਸ਼ਨ B ਨਾਲ ਹੈ, B ਦਾ C ਨਾਲ ਹੈ। ਇਹਨਾਂ ਦਾ ਮਤਲਬ ਲਿਖ ਲੈਂਦੇ ਹਾਂ ਕਿ A ਹੈ ਜਿਹੜਾ ਉਹ B ਨੂੰ ਡਿਵਾਈਡ ਕਰਦਾ, B ਹੈ ਜਿਹੜਾ ਉਹ C ਨੂੰ ਡਿਵਾਈਡ ਕਰਦਾ, ਤਾਂ A ਵੀ C ਨੂੰ ਡਿਵਾਈਡ ਕਰੂਗਾ, ਠੀਕ ਹੈ। ਮਤਲਬ A ਤੇ C ਦਾ ਵੀ ਆਪਸ 'ਚ ਰਿਲੇਸ਼ਨ ਹੋਊਗਾ। ਐਗਜ਼ਾਮਪਲ ਨਾਲ ਵੀ ਆਪਾਂ ਸਮਝ ਸਕਦੇ ਹਾਂ, ਜਿਵੇਂ 8 ਜਿਹੜਾ ਹੈਗਾ ਉਹ 4 ਨੂੰ ਡਿਵਾਈਡ ਕਰਦਾ, 4 ਅੱਗੇ 2 ਨੂੰ ਡਿਵਾਈਡ ਕਰਦਾ, ਤਾਂ 8 ਵੀ 2 ਨੂੰ ਡਿਵਾਈਡ ਕਰੂਗਾ, ਤਾਂ ਇਹ ਟ੍ਰਾਂਜ਼ਿਟਿਵ ਹੈਗਾ। ਤਾਂ ਆਪਾਂ ਪ੍ਰੂਵ ਕਰ ਚੁੱਕੇ ਹਾਂ ਕਿ ਇਹ ਰਿਫਲੈਕਸਿਵ ਤੇ ਟ੍ਰਾਂਜ਼ਿਟਿਵ ਹੈਗਾ, ਪਰ ਸਿਮੈਟ੍ਰਿਕ ਨਹੀਂ ਹੈਗਾ। 5th ਕੁਐਸਚਨ ਦੇਖੋ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, NCERT ਦਾ ਵੀ ਕੁਐਸਚਨ ਹੈ ਇਹ। ਚੈੱਕ ਵੈਦਰ ਦਾ ਰਿਲੇਸ਼ਨ R, ਜਿਹੜਾ ਤਾਂ ਸਿੰਪਲ R ਲਿਖਿਆ ਹੋਵੇ ਇਹਦਾ ਮਤਲਬ ਤਾਂ ਰਿਲੇਸ਼ਨ ਹੈ, ਇਨ ਦਾ ਸੈਟ ਆਫ R, ਜਿਹੜਾ ਆਰਕ ਡਾਰਕ ਲਿਖਿਆ ਹੋਵੇ ਜਿਹੜਾ R, ਉਹਦਾ ਮਤਲਬ ਹੁੰਦਾ ਰੀਅਲ ਨੰਬਰ ਦੀ ਗੱਲ ਕਰ ਰਹੇ ਨੇ। ਹੁਣ ਆਪਾਂ ਨੈਚੁਰਲ ਨੰਬਰ ਨਹੀਂ ਇਕੱਲੇ ਸੋਚਣੇ, ਰੀਅਲ ਨੰਬਰ ਵੀ ਆਪਣੇ ਦਿਮਾਗ 'ਚ ਰੱਖਣੇ ਨੇ। ਤਾਂ ਚੈੱਕ ਕਰੋ ਵੀ ਜਿਹੜਾ ਰਿਲੇਸ਼ਨ ਹੈ ਰੀਅਲ ਨੰਬਰ ਦੇ ਉੱਪਰ, ਰਿਲੇਸ਼ਨ ਇਹ ਹੈ ਕਿ A ਤੇ B 'ਚ ਇਹ ਰਿਲੇਸ਼ਨ ਹੈ ਕਿ A ਹੈ ਜਿਹੜਾ ਉਹ B ਦੀ ਕਿਊਬ ਤੋਂ ਹਮੇਸ਼ਾ ਛੋਟਾ ਹੋਊਗਾ। ਦੱਸੋ ਵੀ ਇਹ ਰਿਫਲੈਕਸਿਵ ਹੈਗਾ ਜਾਂ ਨਾ, ਸਿਮੈਟ੍ਰਿਕ ਹੈਗਾ ਜਾਂ ਨਾ, ਜਾਂ ਟ੍ਰਾਂਜ਼ਿਟਿਵ ਹੈਗਾ ਜਾਂ ਨਾ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਇਹ ਕੁਐਸਚਨ ਬਿਲਕੁਲ ਅਲੱਗ ਹੈ, ਇਹ ਦੇਖਣ ਦੇ ਵਿੱਚ ਆਪਾਂ ਨੂੰ ਹੋਰ ਲੱਗਦਾ, ਪਰ ਇਹਦਾ ਆਨਸਰ ਆਪਾਂ ਨੂੰ ਅਲੱਗ ਮਿਲੂਗਾ ਬਿਲਕੁਲ। ਤਾਂ ਆਪਾਂ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਰਿਫਲੈਕਸਿਵ ਹੈਗਾ ਜਾਂ ਨਾ। ਤਾਂ ਦੇਖੋ, ਰਿਫਲੈਕਸਿਵਲੀ ਆਪਾਂ ਇਹ ਦੇਖਣਾ ਚਾਹੁੰਦੇ ਹਾਂ ਕਿ A ਹੈ ਜਿਹੜਾ ਉਹ ਲੈਸ ਦੈਨ ਇਕੁਅਲ ਟੂ A ਕਿਊਬ ਹੁੰਦਾ, ਇਹ ਦੇਖਣਾ ਚਾਹੁੰਦੇ ਹਾਂ। ਦੇਖਣ 'ਚ ਤਾਂ ਆਪਾਂ ਨੂੰ ਐਂ ਲੱਗ ਰਿਹਾ, ਸੋਚਣ 'ਚ ਨਾਰਮਲੀ ਵੀ ਹਾਂ ਹਰੇਕ ਨੰਬਰ ਆਪਣੇ ਕਿਊਬ ਤੋਂ ਤਾਂ ਛੋਟਾ ਹੁੰਦਾ ਹੀ ਹੁੰਦਾ। ਜਿਵੇਂ 2 ਹੈ ਤੇ 2 ਦੀ ਕਿਊਬ ਕਿੰਨਾ ਹੋ ਗਿਆ, 8, ਤਾਂ 2 ਹੈ ਜਿਹੜਾ ਉਹ 8 ਤੋਂ ਛੋਟਾ ਹੈ ਨਾ, 2 ਹੈ ਜਿਹੜਾ ਉਹ 2 ਕਿਊਬ ਤੋਂ ਛੋਟਾ ਹੈ ਨਾ। ਤਾਂ ਲੱਗ ਰਿਹਾ ਵੀ ਹਾਂ ਇਹ ਰਿਫਲੈਕਸਿਵ ਹੈਗਾ ਕਿ A ਦਾ ਰਿਲੇਸ਼ਨ A ਨਾਲ ਆ ਰਿਹਾ ਹੈ ਨਾ, ਇਹਦਾ B ਨਾਲ ਨਹੀਂ ਹੁਣ ਦੇਖਣਾ, ਇਹਦਾ A ਕਿਊਬ ਨਾਲ। A ਕਿਊਬ ਤੋਂ ਛੋਟਾ ਲੱਗ ਰਿਹਾ ਕਿ ਹੈਗਾ, ਪਰ ਇਹ ਗੱਲ ਸਹੀ ਨਹੀਂ ਹੈਗੀ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਆਪਾਂ ਸਿਰਫ ਨੈਚੁਰਲ ਨੰਬਰਸ ਦੇ ਵਿੱਚ ਨਹੀਂ ਦੇਖਣਾ, ਆਪਾਂ ਨੂੰ ਸੈੱਟ ਸਾਰੇ ਰੀਅਲ ਨੰਬਰਸ ਦਾ ਦਿੱਤਾ ਹੋਇਆ। ਜਦੋਂ ਤੁਸੀਂ ਕੋਈ ਵੀ ਹੋਰ ਨੰਬਰ ਲਵੋਗੇ ਜਿਵੇਂ 1 ਤੋਂ ਛੋਟਾ ਹੋਵੇ, ਜਿਵੇਂ ਆਪਾਂ 1/2 ਲੈ ਲਈਏ, ਕੀ 1/2 ਦੀ ਕਿਊਬ ਤੋਂ ਛੋਟਾ? ਕੀ ਇਹ ਸਹੀ ਹੈ? ਨਹੀਂ। ਤੁਸੀਂ ਦੇਖੋਗੇ 1/2 ਹੈ ਜਿਹੜਾ 1/2 ਦੀ ਕਿਊਬ ਹੈ ਜਿਹੜੀ ਉਹ 1/8 ਆ ਜੂਗੀ, ਜਿਹੜੀ ਕਿ ਇਦੋਂ ਛੋਟੀ ਜਿਹੜਾ 1/2 ਆ, ਦਿਸ ਇਜ਼ ਨਾਟ ਲੈਸ ਦੈਨ 1/2 ਦੀ ਕਿਊਬ, ਤਾਂ ਇਹ ਇਦੋਂ ਵੱਡਾ ਆ ਗਿਆ। ਤਾਂ ਮਤਲਬ ਕਿਉਂਕਿ ਇਹ ਰੀਅਲ ਨੰਬਰਸ ਦੀ ਗੱਲ ਸੀ ਤਾਂ ਇਹ ਟਰੂ ਨਹੀਂ ਹੈਗਾ। ਤੇ ਜਦੋਂ ਕਿਸੇ ਚੀਜ਼ ਨੂੰ ਆਪਾਂ ਨੇ ਨਾਟ ਪ੍ਰੂਵ ਕਰਨਾ ਹੋਵੇ ਤਾਂ ਆਪਾਂ ਐਵੇਂ ਐਗਜ਼ਾਮਪਲ ਵੀ ਦੇ ਸਕਦੇ ਹਾਂ, ਹੈ ਨਾ, ਫੋਰ ਐਗਜ਼ਾਮਪਲ ਲਿਖ ਕੇ। ਤਾਂ ਜਦੋਂ ਵੀ ਕਿਸੇ ਨੂੰ ਨਾਟ ਪ੍ਰੂਵ ਕਰਨਾ ਹੋਵੇ ਵੀ ਇਹ ਚੀਜ਼ ਫਾਲਸ ਹੈ, ਤਾਂ ਆਪਾਂ ਕੋਈ ਐਗਜ਼ਾਮਪਲ ਲੈ ਸਕਦੇ ਹਾਂ। ਤੁਸੀਂ ਕਹਿ ਲਓਗੇ ਵੀ 1/2 ਹੈ ਜਿਹੜਾ ਉਹ 1/2 ਦੀ ਕਿਊਬ ਤੋਂ ਛੋਟਾ ਨਹੀਂ ਹੈਗਾ, ਇਹਦਾ ਮਤਲਬ A ਹੈ ਜਿਹੜਾ ਉਹ A ਕਿਊਬ ਤੋਂ ਛੋਟਾ ਨਹੀਂ ਹੈਗਾ, ਤਾਂ ਇਹ ਰਿਫਲੈਕਸਿਵ ਨਹੀਂ ਹੈਗਾ। ਹੁਣ ਅਗਲੀ ਗੱਲ ਕਰਦੇ ਹਾਂ ਸਿਮੈਟ੍ਰਿਕ। ਸਿਮੈਟ੍ਰਿਕਲੀ ਦੇਖਦੇ ਹਾਂ, ਸਿਮੈਟ੍ਰਿਕ ਵੀ ਇਹ ਨਹੀਂ ਹੈਗਾ, ਇਟ ਇਜ਼ ਨਾਟ ਸਿਮੈਟ੍ਰਿਕ। ਉਹਦਾ ਰੀਜ਼ਨ ਕੀ ਹੈ? ਇੱਕ ਨੰਬਰ ਦੂਜੇ ਦੀ ਕਿਊਬ ਤੋਂ ਜੇ ਛੋਟਾ ਹੋਵੇ ਤਾਂ ਦੂਜਾ ਨੰਬਰ ਪਹਿਲੇ ਦੀ ਕਿਊਬ ਤੋਂ ਜ਼ਰੂਰੀ ਨਹੀਂ ਛੋਟਾ। ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ, ਜਿਹੜਾ 1 ਹੈ ਇਹ ਕੋਈ ਵੀ ਨੰਬਰ ਲੈ ਲਓ ਹੋਰ, 1 ਹੈ ਜਿਹੜਾ ਉਹ 2 ਦੀ ਕਿਊਬ ਤੋਂ ਤਾਂ ਛੋਟਾ ਹੀ ਆ ਨਾ, ਪਰ ਕੀ 2 ਵੀ 1 ਦੀ ਕਿਊਬ ਤੋਂ ਛੋਟਾ?
नहीं। ਤਾਂ ਮਤਲਬ 1 ਤੇ 2 ਦਾ ਆਪਸ 'ਚ ਰਿਲੇਸ਼ਨ ਹੈਗਾ ਸੀ, ਬਟ ਆਪਾਂ ਦੇਖਿਆ 2 ਤੇ 1 ਦਾ ਆਪਸ 'ਚ ਰਿਲੇਸ਼ਨ ਨਹੀਂ ਹੈਗਾ, ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਕਿਉਂਕਿ ਸਿਮੈਟ੍ਰਿਕ ਨਹੀਂ ਸੀਗਾ ਤਾਂ ਆਪਾਂ ਐਗਜ਼ਾਮਪਲ ਦੀ ਹੈਲਪ ਨਾਲ ਇਹਨੂੰ ਵੀ ਪ੍ਰੂਵ ਕਰ ਸਕਦੇ ਹਾਂ। ਤਾਂ ਫਾਈਨਲੀ ਗੱਲ ਕਰਦੇ ਹਾਂ ਟ੍ਰਾਂਜ਼ਿਟਿਵ ਦੀ। ਤਾਂ ਟ੍ਰਾਂਜ਼ਿਟਿਵ ਲਈ ਟ੍ਰਾਂਜ਼ਿਟਿਵ ਇਹਦਾ ਸੋਚਣਾ ਥੋੜਾ ਜਿਹਾ ਔਖਾ ਹੈ, ਕਿਉਂਕਿ ਕੋਈ ਐਵੇਂ ਦੀ ਐਗਜ਼ਾਮਪਲ ਲੱਭਣੀ ਔਖਾ ਕੰਮ ਹੈ ਕਿ ਜਿਹੜਾ ਟ੍ਰਾਂਜ਼ਿਟਿਵ ਨਾ ਹੋਵੇ। ਤਾਂ ਇਹਦੇ ਵਿੱਚ ਆਪਾਂ ਇੱਕ ਸਪੈਸ਼ਲ ਜੀ ਐਗਜ਼ਾਮਪਲ ਸੋਚਦੇ ਹਾਂ। A ਲੈ ਲੈਂਦੇ ਹਾਂ 7, B ਲੈ ਲੈਂਦੇ ਹਾਂ 2 ਤੇ C ਲੈ ਲੈਂਦੇ ਹਾਂ 1.5। ਤਾਂ ਤੁਸੀਂ ਜਦੋਂ ਦੇਖੋਗੇ ਕਿ 7 ਹੈ ਜਿਹੜਾ ਉਹ 2 ਦੀ ਕਿਊਬ ਤੋਂ ਛੋਟਾ ਹੁੰਦਾ ਹੈ ਕਿਉਂਕਿ 8 ਹੁੰਦਾ ਹੈ, ਤਾਂ A B ਦੀ ਕਿਊਬ ਤੋਂ ਛੋਟਾ ਆ ਗਿਆ, ਤੇ ਜਿਹੜਾ B ਹੈ ਉਹ C ਦੀ ਕਿਊਬ ਤੋਂ ਛੋਟਾ ਆ ਗਿਆ। ਠੀਕ ਹੈ, ਜਦੋਂ ਕਿਊਬ ਕਰਕੇ ਦੇਖੋਗੇ ਤਾਂ ਇਹ ਵੀ ਹੋਲਡ ਕਰ ਰਹੇ ਆ। ਤਾਂ A ਦਾ ਰਿਲੇਸ਼ਨ B ਨਾਲ ਹੈ, B ਦਾ C ਨਾਲ ਹੈ, ਪਰ ਤੁਸੀਂ ਦੇਖੋਗੇ ਵੀ ਜਿਹੜਾ 7 ਹੈ ਉਹ 1.5 ਦੀ ਕਿਊਬ ਤੋਂ ਛੋਟਾ ਨਹੀਂ ਹੈਗਾ। ਤਾਂ ਇਹ ਜ਼ਰੂਰੀ ਨਹੀਂ ਵੀ ਤੁਸੀਂ ਇਹੀ ਐਗਜ਼ਾਮਪਲ ਸੋਚਣੀ ਹੈ, ਤੁਸੀਂ ਆਪਣੇ ਆਪ ਕੋਈ ਹੋਰ ਐਗਜ਼ਾਮਪਲ ਸੋਚਣੀ ਹੈ, ਤਾਂ ਹੀ ਤੁਸੀਂ ਪੇਪਰ 'ਚ ਆਪਣੇ ਆਪ ਕੋਈ ਐਗਜ਼ਾਮਪਲ ਸੋਚ ਸਕੋਗੇ। ਇਹੀ ਐਗਜ਼ਾਮਪਲ ਯਾਦ ਨਹੀਂ ਰੱਖਣੀ, ਤਾਂ ਇਹ ਟ੍ਰਾਂਜ਼ਿਟਿਵ ਵੀ ਨਹੀਂ ਹੈਗਾ ਸੀ। ਅਗਲਾ ਕੁਐਸਚਨ ਬਹੁਤ ਹੀ ਸਿੰਪਲ ਤੇ ਛੋਟਾ ਜਿਹਾ ਕੁਐਸਚਨ ਹੈ। ਕਹਿੰਦੇ ਰਿਲੇਸ਼ਨ ਹੈ ਜਿਹੜਾ ਉਹ ਲੈਸ ਦੈਨ ਹੈ A ਸੈੱਟ ਤੋਂ B ਤੱਕ ਹੈ। ਤੇ ਪਹਿਲਾਂ ਤਾਂ ਕਾਰਟੀਜ਼ੀਅਨ ਪ੍ਰੋਡਕਟ ਲਿਖਣਾ ਹੈ। ਧਿਆਨ ਨਾਲ ਦੇਖੋ, ਕਾਰਟੀਜ਼ੀਅਨ ਪ੍ਰੋਡਕਟ ਨਹੀਂ ਲਿਖਣਾ, ਕਾਰਟੀਜ਼ੀਅਨ ਪ੍ਰੋਡਕਟ ਕੋਰਸਪੋਂਡਿੰਗ ਟੂ R ਲਿਖਣਾ ਹੈ। ਕਹਿਣ ਦਾ ਮਤਲਬ ਵੀ ਕਾਰਟੀਜ਼ੀਅਨ ਪ੍ਰੋਡਕਟ ਦੀਆਂ ਉਹ ਟਰਮਸ ਲਿਖਣੀਆਂ ਨੇ ਜਿਹੜੀਆਂ ਰਿਲੇਸ਼ਨ ਦੇ ਵਿੱਚ ਨੇ, ਜਾਂ ਸਿੱਧਾ ਕਹਿ ਲਓ ਵੀ ਰਿਲੇਸ਼ਨ ਹੀ ਲਿਖਣਾ। ਸਿਰਫ ਆਪਾਂ ਨੂੰ ਉਲਝਾਉਣ ਲਈ ਇਹ ਲਿਖਿਆ ਹੋਇਆ ਰਿਲੇਸ਼ਨ ਹੀ ਲਿਖਣਾ, ਕਿਉਂਕਿ ਕਾਰਟੀਜ਼ੀਅਨ ਪ੍ਰੋਡਕਟ ਦਾ ਹੀ ਸਬਸੈਟ ਹੁੰਦਾ ਰਿਲੇਸ਼ਨ, ਆਪਾਂ ਗੱਲ ਕਰੀ ਸੀ। ਤਾਂ ਇਹਦੇ ਉਹ ਐਲੀਮੈਂਟ ਜਿਹੜੇ ਉਹਨਾਂ ਤੋਂ ਛੋਟੇ ਨੇ ਉਹ ਲਿਖਣੇ ਨੇ ਰਿਲੇਸ਼ਨ ਦੇ ਵਿੱਚ, ਤੇ ਬਾਅਦ ਦੇ ਵਿੱਚ ਕਹਿੰਦੇ ਇਨਵਰਸ ਪਤਾ ਕਰੋ। ਤਾਂ ਇਹ ਆਪਾਂ ਕਿਵੇਂ ਕਰਨਾ, ਦੇਖੋ ਸਿੰਪਲ ਜਿਹਾ ਕੰਮ ਹੈ। ਤੁਸੀਂ ਸੋਚੋ ਵੀ 1 ਜਿਹੜਾ ਉਹਦੇ ਕਿਹੜੇ ਕਿਹੜੇ ਐਲੀਮੈਂਟ ਤੋਂ ਛੋਟਾ ਹੈ। ਤਾਂ ਦੇਖੋ 1 ਇਜ਼ ਲੈਸ ਦੈਨ 1 ਕੀ ਹੁੰਦਾ, ਨਹੀਂ ਹੁੰਦਾ, ਤਾਂ ਨਹੀਂ ਲਿਖਾਂਗੇ। 1 ਇਜ਼ ਲੈਸ ਦੈਨ 4, ਹਾਂ 1 4 ਤੋਂ ਛੋਟਾ ਹੈ। 1 ਜਿਹੜਾ 6 ਤੋਂ ਵੀ ਛੋਟਾ ਹੈ। ਤੇ 2 ਹੈ ਜਿਹੜਾ ਉਹ 1 ਤੋਂ ਛੋਟਾ ਨਹੀਂ, 2 ਹੈ ਜਿਹੜਾ ਉਹਦੇ 4 ਤੋਂ ਛੋਟਾ ਹੈ, ਤੇ 2 ਉਹਦੇ 6 ਤੋਂ ਵੀ ਛੋਟਾ ਹੈ। ਤਾਂ ਐਵੇਂ ਹੀ ਹੋਰ 3 ਹੈ ਜਿਹੜਾ ਉਹ 4 ਤੋਂ ਲੈਸ ਹੈ, ਤੇ 3 ਹੈ ਜਿਹੜਾ ਉਹ 6 ਤੋਂ ਵੀ ਲੈਸ ਆ ਰਿਹਾ। ਇਸੇ ਤਰੀਕੇ ਨਾਲ 4 ਹੈ ਜਿਹੜਾ ਉਹ 4 ਤੋਂ ਸਮਾਲਰ ਨਹੀਂ ਹੈਗਾ, 4 ਸਿਰਫ 6 ਤੋਂ ਛੋਟਾ। 5 ਹੈ ਜਿਹੜਾ 1 ਤੋਂ 4 ਤੋਂ ਨਹੀਂ, 5 ਸਿਰਫ 6 ਤੋਂ ਛੋਟਾ। ਤਾਂ ਐਵੇਂ ਲਿਖਣਾ ਸੀਗਾ। ਇਹਦਾ ਐਲੀਮੈਂਟ ਲੈਣਾ ਸੀ, ਉਹ ਕਿ ਚੋਂ ਕੀ ਤੋਂ ਛੋਟਾ ਹੈ, ਤਾਂ ਉਹਨਾਂ ਨੂੰ ਆਪਾਂ ਲਿਖਣਾ ਸੀ। ਤਾਂ ਇਹ ਆਪਾਂ ਰਿਲੇਸ਼ਨ ਫਾਈਂਡ ਕਰ ਲਿਆ। ਜਿੱਥੇ ਤੱਕ ਇਨਵਰਸ ਦੀ ਗੱਲ ਹੈ, ਤਾਂ ਜਿਹੜਾ ਇਨਵਰਸ ਆਫ R ਹੈ ਉਹ ਸਿਰਫ ਇਹਨਾਂ ਨੂੰ, ਜਿਹੜਾ 1 4 ਹੈ ਉਹਨੂੰ 4 1 ਲਿਖ ਲਓ, 1 6 ਹੈ ਉਹਨੂੰ 6 1 ਲਿਖ ਲਓ, 2 4 ਹੈ ਜਿਹੜਾ ਉਹਨੂੰ 4 2 ਲਿਖ ਲਓ, ਤੇ 2 6 ਹੈ ਜਿਹੜਾ 6 2 ਲਿਖ ਲਓ, 3 4 ਨੂੰ 4 3, ਐਵੇਂ ਬਸ ਸਿਰਫ ਇਹਨਾਂ ਨੂੰ ਆਪਸ 'ਚ ਉਲਟਾ ਕੇ ਲਿਖ ਲੈਣੇ ਆ। ਤਾਂ ਇਹ ਜਿਹੜਾ ਰਿਲੇਸ਼ਨ ਆਊਗਾ ਤਾਂ ਇਹ ਉਹਦਾ ਇਨਵਰਸ ਰਿਲੇਸ਼ਨ ਆ ਗਿਆ। ਤਾਂ ਇਹੀ ਬਸ ਆਪਣਾ 6th ਕੁਐਸਚਨ ਸੀਗਾ। 7th ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਇੱਕ ਕੁਐਸਚਨ ਨਹੀਂ, ਇਹ ਘੱਟੋ ਘੱਟ ਤੁਹਾਡੀ ਬੁੱਕ ਦੇ ਵਿੱਚ 5 ਜਾਂ 7 ਕੁਐਸਚਨ ਨੇ। ਸਿਰਫ ਇੰਨਾ ਕੁ ਫਰਕ ਹੋਊਗਾ, ਜਿੱਥੇ 'ਚ a - b ਇਜ਼ ਡਿਵੀਜ਼ੀਬਲ ਬਾਈ 5 ਲਿਖਿਆ, ਕਿਸੇ ਦੇ ਵਿੱਚ ਲਿਖਿਆ ਹੋਊਗਾ a - b ਇਜ਼ ਡਿਵੀਜ਼ੀਬਲ ਬਾਈ 2, ਕਿਸੇ 'ਚ ਲਿਖਿਆ ਹੋਊਗਾ x - y ਇਜ਼ ਡਿਵੀਜ਼ੀਬਲ ਬਾਈ 3, ਜਾਂ ਕਿਸੇ ਦੇ ਵਿੱਚ ਲਿਖਿਆ ਹੋਊਗਾ a - b ਇਜ਼ ਈਵਨ ਨੰਬਰ, ਜਾਂ ਕਿਸੇ 'ਚ ਲਿਖਿਆ ਹੋਊਗਾ a - b ਇਜ਼ ਐਨ ਇੰਟੀਜ਼ਰ। ਤਾਂ ਸਾਰਿਆਂ ਨੂੰ ਕਰਨ ਦਾ A to Z ਪ੍ਰੋਸੈਸ ਸੇਮ ਹੈ। ਤਾਂ ਕੁਐਸਚਨ ਆਪਾਂ ਸ਼ੁਰੂ ਤੋਂ ਧਿਆਨ ਨਾਲ ਪੜ੍ਹਦੇ ਹਾਂ, ਇਹ ਪੂਰੇ ਧਿਆਨ ਨਾਲ ਸਮਝ ਲਿਓ, ਕਿਉਂਕਿ ਪੇਪਰ ਦੇ ਵਿੱਚ ਵੀ ਇਹ ਕਾਫੀ ਵਾਰ ਪੁੱਛਿਆ ਜਾਂਦਾ ਹੈ। ਸ਼ੋ ਕਰੋ ਜਿਹੜਾ ਰਿਲੇਸ਼ਨ ਹੈ A ਤੇ B ਦੇ ਵਿੱਚ, ਤਾਂ ਦੋਨੇ ਆਪਸ 'ਚ ਰਿਲੇਟਡ ਹੋਣਗੇ ਜੇ ਇੱਕ ਚੋਂ ਦੂਜੇ ਨੂੰ ਮਾਈਨਸ ਕਰਕੇ ਉਹ ਹਮੇਸ਼ਾ 5 ਤੇ ਡਿਵਾਈਡ ਹੋਵੇ, a - b ਇਜ਼ ਡਿਵੀਜ਼ੀਬਲ ਬਾਈ 5 ਹੋਵੇ। ਤਾਂ ਕਹਿੰਦੇ ਸ਼ੋ ਕਰੋ ਵੀ ਇਹ ਇਕੁਇਵਲੈਂਸ ਰਿਲੇਸ਼ਨ ਹੈ, ਤੇ ਸਿਰਫ ਨੈਚੁਰਲ ਨੰਬਰ ਦੀ ਹੀ ਗੱਲ ਕਰਨੀ ਹੈ ਆਪਾਂ। ਤਾਂ ਸ਼ੁਰੂ ਕਰਦੇ ਹਾਂ ਰਿਫਲੈਕਸਿਵ ਤੋਂ। ਰਿਫਲੈਕਸਿਵ ਦੇਖਦੇ ਹਾਂ। ਤਾਂ ਰਿਫਲੈਕਸਿਵ ਲਈ ਆਪਾਂ ਨੂੰ ਪਤਾ, ਆਪਾਂ ਇੱਕ ਨੰਬਰ ਦਾ ਆਪਣੇ ਆਪ ਨਾਲ ਰਿਲੇਸ਼ਨ ਦੇਖਣਾ ਹੁੰਦਾ। ਤੁਸੀਂ ਆਪਣੇ ਮਾਈਂਡ ਦੇ ਵਿੱਚ ਕੋਈ ਵੀ ਸੋਚ ਸਕਦੇ ਹੋ। ਜਿਵੇਂ ਆਪਾਂ A ਦਾ ਜਾਣੀ ਹੁਣ B ਨਾਲ ਨਹੀਂ ਦੇਖਾਂਗੇ, A ਦਾ A ਨਾਲ ਹੀ ਦੇਖਾਂਗੇ। ਤਾਂ ਦੇਖੋ, ਕਿਉਂਕਿ ਜਿਹੜਾ A - A ਹੁੰਦਾ ਹੈ, ਕਿਉਂਕਿ ਹੁਣ A - B ਨਹੀਂ ਕਰਾਂਗੇ, A - A ਕਰਾਂਗੇ, ਕਿਉਂਕਿ ਇਹਦਾ A ਨਾਲ ਹੀ ਦੇਖਣਾ। ਤਾਂ A - A ਕਿੰਨਾ ਹੁੰਦਾ, 0 ਹੁੰਦਾ, ਤੇ 0 ਤੁਹਾਨੂੰ ਪਤਾ ਵੀ ਹਰੇਕ ਨੰਬਰ ਤੇ ਡਿਵੀਜ਼ੀਬਲ ਹੁੰਦਾ ਹੈ, ਵਿਚ ਇਜ਼ ਡਿਵੀਜ਼ੀਬਲ ਬਾਏ
5 ਤਾਂ a ਦਾ ਆਪਾਂ a ਨਾਲ ਰਿਲੇਸ਼ਨ ਦੇਖਿਆ a ਮਾਈਨਸ a ਜਿਹੜਾ ਆਇਆ ਸੀਗਾ ਉਹ ਡਿਵੀਜ਼ੀਬਲ ਬਾਈ 5 ਆਇਆ ਜਾਂ ਆਪਾਂ ਕਹਿ ਸਕਦੇ ਹਾਂ ਕਿ a ਦਾ ਜਿਹੜਾ a ਨਾਲ ਰਿਲੇਸ਼ਨ ਉਹ ਹੈਗਾ ਤਾਂ ਇਹ ਰਿਫਲੈਕਸਿਵ ਹੈ ਇਸ ਕਰਕੇ ਠੀਕ ਹੈ ਨਾ ਕਿਉਂਕਿ a ਮਾਈਨਸ a 0 ਆਇਆ 0 ਜਿਹੜਾ ਉਹ ਡਿਵੀਜ਼ੀਬਲ ਬਾਈ 5 ਹੁੰਦਾ ਤਾਂ ਇਹ ਰਿਫਲੈਕਸਿਵ ਹੈ। ਹੁਣ ਗੱਲ ਕਰਦੇ ਹਾਂ ਸਿਮੈਟ੍ਰਿਕ ਦੀ। ਸਿਮੈਟ੍ਰਿਕ ਕਿਵੇਂ ਪਤਾ ਚੱਲੂਗਾ? ਸਿਮੈਟ੍ਰਿਕਲੀ ਆਪਾਂ ਕੀ ਦੇਖਣਾ ਹੁੰਦਾ ਕਿ ਜੇ a ਦਾ ਰਿਲੇਸ਼ਨ b ਨਾਲ ਹੈ ਮਤਲਬ ਕੀ ਹੋ ਗਿਆ a ਦਾ b ਨਾਲ ਦਾ ਕਿ a ਮਾਈਨਸ b ਇਜ਼ ਡਿਵੀਜ਼ੀਬਲ ਬਾਈ 5 ਹੈ ਜੀ ਤਾਂ ਦੇਖੋ ਜੇ a ਮਾਈਨਸ b 5 ਨਾਲ ਡਿਵਾਈਡ ਹੋਵੇ ਤਾਂ b ਮਾਈਨਸ a ਵੀ ਹੁੰਦਾ ਹੀ ਹੁੰਦਾ ਤਾਂ b ਮਾਈਨਸ a ਵੀ 5 ਨਾਲ ਡਿਵਾਈਡ ਜ਼ਰੂਰ ਹੋਊਗਾ। ਇਹਦਾ ਮਤਲਬ b ਤੇ a ਦਾ ਆਪਸ 'ਚ ਰਿਲੇਸ਼ਨ ਹੈਗਾ। ਤਾਂ ਹਮੇਸ਼ਾ ਸਿਮੈਟ੍ਰਿਕ ਦੇ ਵਿੱਚ ਐਵੇਂ 4 ਲਾਈਨਾਂ ਤੁਸੀਂ ਲਿਖਣੀਆਂ ਹੁੰਦੀਆਂ ਨੇ ਯਾਦ ਰੱਖ ਲਓ ਵੀ ਆਪਾਂ ਪਹਿਲਾਂ ਲਿਖਣਾ ਹੁੰਦਾ ਵੀ a ਤੇ b ਦਾ ਰਿਲੇਸ਼ਨ ਹੈਗਾ ਫਿਰ ਉਹਦਾ ਮੀਨਿੰਗ ਲਿਖ ਲੈਣਾ ਵੀ ਰਿਲੇਸ਼ਨ ਹੈ ਕੀ ਆਖਰ ਨੂੰ a ਮਾਈਨਸ b ਇਜ਼ ਡਿਵੀਜ਼ੀਬਲ ਬਾਈ a ਹੈ 5 ਹੈ ਫਿਰ ਉਹਨੂੰ ਉਲਟਾ ਕੇ ਲਿਖ ਲੈਣਾ ਹੁੰਦਾ ਫਿਰ ਜੋ ਰਿਲੇਸ਼ਨ ਹੋਲਡ ਕਰਦਾ ਹੋਵੇ ਤਾਂ b, a ਬਿਲੋਂਗ ਟੂ r ਲਿਖ ਲੈਣਾ ਤਾਂ ਇਹਦਾ ਮਤਲਬ ਹਾਂ ਇਹ ਸਿਮੈਟ੍ਰਿਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਟ੍ਰਾਂਜ਼ਿਟਿਵ ਦੀ। ਟ੍ਰਾਂਜ਼ਿਟਿਵਲੀ ਆਪਾਂ ਦੇਖਦੇ ਹਾਂ ਜੇ a ਤੇ b ਦਾ ਆਪਸ 'ਚ ਰਿਲੇਸ਼ਨ ਹੋਵੇ ਤੇ b ਦਾ c ਨਾਲ ਰਿਲੇਸ਼ਨ ਹੋਵੇ ਮਤਲਬ ਜੇ a ਮਾਈਨਸ b ਹੈ ਜਿਹੜਾ ਉਹ ਵੀ ਡਿਵੀਜ਼ੀਬਲ ਬਾਏ 5 ਹੋਵੇ ਤੇ ਜਿਹੜਾ b ਮਾਈਨਸ c ਹੈ ਉਹ ਵੀ ਡਿਵੀਜ਼ੀਬਲ ਬਾਏ 5 ਹੋਵੇ ਤਾਂ ਦੇਖੋ a ਨੰਬਰ ਵੀ 5 ਨਾਲ ਡਿਵੀਜ਼ੀਬਲ ਹੈ a ਨੰਬਰ ਵੀ 5 ਨਾਲ ਡਿਵੀਜ਼ੀਬਲ ਆਪਾਂ ਦੇਖਣਾ ਜੇ a ਦਾ ਰਿਲੇਸ਼ਨ b ਨਾਲ ਆ b ਦਾ c ਨਾਲ ਆ ਤਾਂ ਕਿ a ਦਾ ਵੀ c ਨਾਲ ਹੈ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊ ਇਹਨਾਂ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਸੋਚੋ ਵੀ ਇਹ ਦੋ ਨੰਬਰ ਨੇ ਠੀਕ ਹੈ ਨਾ ਇੱਕ ਨੰਬਰ a ਵੀ 5 ਨਾਲ ਡਿਵਾਈਡ ਹੁੰਦਾ a ਵੀ ਨੰਬਰ 5 ਨਾਲ ਡਿਵਾਈਡ ਹੁੰਦਾ ਤਾਂ ਜੇ ਦੋ ਨੰਬਰ 5 ਤੇ ਡਿਵਾਈਡ ਹੁੰਦੇ ਹੋਣ ਤਾਂ ਇਹਨਾਂ ਦੋਨਾਂ ਦਾ ਸਮ ਵੀ ਹਮੇਸ਼ਾ 5 ਤੇ ਡਿਵਾਈਡ ਹੁੰਦਾ ਤਾਂ ਆਪਾਂ ਇਹਨਾਂ ਨੂੰ ਐਡ ਕਰ ਲੈਂਦੇ ਹਾਂ a ਮਾਈਨਸ b ਮਤਲਬ ਪਹਿਲਾ ਨੰਬਰ ਪਲੱਸ ਆ ਦੂਜਾ ਨੰਬਰ ਹੋ ਗਿਆ ਇੱਕ ਤਰ੍ਹਾਂ ਤਾਂ ਇਹਨੂੰ ਜੇ ਆਪਾਂ ਕਰੀਏ ਸੋਲਵ a ਮਾਈਨਸ b ਪਲੱਸ b ਮਾਈਨਸ c ਤਾਂ ਤੁਸੀਂ ਦੇਖੋਗੇ b ਤੇ b ਕੈਂਸਲ ਹੋ ਜਾਊਗਾ ਤਾਂ ਇਹ a ਮਾਈਨਸ c ਹੀ ਰਹਿ ਗਿਆ ਤਾਂ a ਵੀ ਜਿਹੜਾ ਹੁੰਦਾ ਇਹ ਹਮੇਸ਼ਾ ਡਿਵੀਜ਼ੀਬਲ ਬਾਏ 5 ਹੁੰਦਾ ਹੈ। ਤਾਂ ਦੇਖੋ ਆਪਾਂ ਕਿਵੇਂ ਯੂਜ਼ ਕਰਿਆ ਜੇ ਇੱਕ ਨੰਬਰ ਤੇ ਦੋ ਨੰਬਰ 5 ਤੇ ਡਿਵਾਈਡ ਹੁੰਦੇ ਆ ਤਾਂ ਇਹਨਾਂ ਦਾ ਸਮ ਵੀ ਡਿਵਾਈਡ ਹੁੰਦਾ ਹੀ ਹੁੰਦਾ ਤੇ ਸਮ ਦੇਖਿਆ ਤਾਂ ਉਹ a ਮਾਈਨਸ c ਆ ਗਿਆ ਤਾਂ a ਮਾਈਨਸ c ਹੈ ਜਿਹੜਾ ਉਹ 5 ਤੇ ਡਿਵੀਜ਼ੀਬਲ ਹੈ ਤਾਂ ਇਹਦਾ ਮਤਲਬ a ਤੇ c ਦਾ ਵੀ ਆਪਸ 'ਚ ਰਿਲੇਸ਼ਨ ਹੈਗਾ ਤਾਂ ਇਹ ਟ੍ਰਾਂਜ਼ਿਟਿਵ ਵੀ ਹੈਗਾ। ਤਾਂ ਤੁਸੀਂ ਦੇਖਿਆ ਰਿਫਲੈਕਸਿਵ ਸਿਮੈਟ੍ਰਿਕ ਤੇ ਟ੍ਰਾਂਜ਼ਿਟਿਵ ਆ ਗਿਆ ਤਾਂ ਇਹ ਤਿੰਨੋਂ ਚੀਜ਼ਾਂ ਆ ਗਈਆਂ ਤਾਂ ਇਹ ਇਕੁਇਵੈਲੈਂਸ ਰਿਲੇਸ਼ਨ ਹੈਗਾ ਕਿਉਂਕਿ ਇਕੁਇਵੈਲੈਂਸ ਰਿਲੇਸ਼ਨ ਹੁੰਦਾ ਕਿਹੜਾ ਇਕੁਇਵੈਲੈਂਸ ਉਹੀ ਹੁੰਦਾ ਜਿਹੜਾ ਰਿਫਲੈਕਸਿਵ ਸਿਮੈਟ੍ਰਿਕ ਟ੍ਰਾਂਜ਼ਿਟਿਵ ਤਿੰਨੋਂ ਚੀਜ਼ਾਂ ਹੋਲਡ ਕਰਦਾ ਹੋਵੇ। ਤਾਂ ਆਪਾਂ 8th ਕੁਐਸਚਨ ਕਰਦੇ ਹਾਂ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ ਸ਼ੋ ਦੈਟ ਰਿਲੇਸ਼ਨ L1, L2 ਇਹਨਾਂ ਦੇ ਵਿੱਚ ਤਾਂ ਰਿਲੇਸ਼ਨ ਹੋਊਗਾ ਜੇ L1 ਤੇ L2 ਦੋਨੇ ਪੈਰਲਲ ਲਾਈਨਾਂ ਹੋਣਗੀਆਂ ਤਾਂ ਇਹ ਤਾਂ ਬਿਲਕੁਲ ਛੋਟਾ ਜਿਹਾ ਜਿਹਨੂੰ ਮੈਂ 1 ਮਿੰਟ ਦੇ ਵਿੱਚ ਕਰ ਦੇਣਾ ਕਿਉਂਕਿ ਕੱਲ ਵੀ ਇਹਦੀ ਗੱਲ ਹੋ ਗਈ ਸੀ। ਰਿਫਲੈਕਸਿਵਲੀ ਆਪਾਂ ਦੇਖਣਾ ਹੁੰਦਾ ਵੀ ਇੱਕ ਲਾਈਨ ਆਪਣੇ ਆਪ ਦੇ ਪੈਰਲਲ ਹੈ ਤਾਂ ਹਾਂ L1 ਹੈ ਜਿਹੜੀ ਉਹ L1 ਦੇ ਹਮੇਸ਼ਾ ਪੈਰਲਲ ਹੁੰਦੀ ਹੈ ਇਹਦਾ ਮਤਲਬ L1 ਤੇ L1 ਦਾ ਆਪਸ 'ਚ ਜਿਹੜਾ ਰਿਲੇਸ਼ਨ ਹੈ ਉਹ ਹੋਲਡ ਕਰਦਾ ਤਾਂ ਇਹ ਰਿਫਲੈਕਸਿਵ ਹੈ। ਦੂਜਾ ਆਪਾਂ ਦੇਖਣਾ ਕਿ L1 ਤੇ L2 ਦਾ ਜੇ ਰਿਲੇਸ਼ਨ ਹੈ ਹਨਾ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ L1 L2 ਦੇ ਪੈਰਲਲ ਹੈ। ਹੁਣ ਦੇਖੋ ਜੇ ਪਹਿਲੀ ਲਾਈਨ ਦੂਜੀ ਦੇ ਪੈਰਲਲ ਹੈ ਸੋਚ ਕੇ ਦੇਖੋ ਪਹਿਲੀ ਲਾਈਨ ਦੂਜੀ ਦੇ ਪੈਰਲਲ ਹੈ ਤਾਂ ਦੂਜੀ ਲਾਈਨ ਵੀ ਤਾਂ ਪਹਿਲੀ ਦੇ ਪੈਰਲਲ ਹੋਊਗੀ ਤਾਂ ਆਪਾਂ ਕਹਿ ਦਾਂਗੇ ਹਾਂ L2 ਵੀ L1 ਦੇ ਪੈਰਲਲ ਹੈ ਮਤਲਬ L2 ਤੇ L1 ਦਾ ਰਿਲੇਸ਼ਨ ਵੀ ਆਪਸ 'ਚ ਹੈਗਾ ਤਾਂ ਇਹ ਆਪਾਂ ਸਿਮੈਟ੍ਰਿਕ ਵੀ ਪ੍ਰੂਵ ਕਰਤਾ। ਤੇ ਤੀਜੀ ਚੀਜ਼ ਟ੍ਰਾਂਜ਼ਿਟਿਵ ਜੇ ਇੱਕ ਲਾਈਨ ਦੂਜੀ ਦੇ ਪੈਰਲਲ ਹੋਵੇ ਤੇ ਦੂਜੀ ਲਾਈਨ ਕਿਸੇ ਤੀਜੀ ਲਾਈਨ ਦੇ ਪੈਰਲਲ ਹੋਵੇ ਦੇਖੋ ਇੱਕ ਲਾਈਨ ਹੈ ਉਹ ਦੂਜੀ ਦੇ ਪੈਰਲਲ ਹੈ ਮੰਨ ਲਓ L1 ਆ L2 ਆ ਇੱਕ ਲਾਈਨ ਦੂਜੀ ਦੇ ਪੈਰਲਲ ਹੈ ਦੂਜੀ ਲਾਈਨ ਕਿਸੇ ਤੀਜੀ ਦੇ ਪੈਰਲਲ ਹੈ L3 ਦੇ ਹਨਾ ਪਹਿਲੀ ਲਾਈਨ ਦੂਜੀ ਦੇ ਪੈਰਲਲ ਹੈ ਦੂਜੀ ਤੀਜੀ ਦੇ ਪੈਰਲਲ ਹੈ ਤਾਂ ਪਹਿਲੀ ਤੇ ਤੀਜੀ ਵੀ ਕੀ ਪੈਰਲਲ ਹੋਣਗੇ ਹਾਂ ਤਾਂ ਇਹਦਾ ਮਤਲਬ ਇਹ ਵੀ ਹਮੇਸ਼ਾ ਪੈਰਲਲ ਹੋਣਗੇ ਯਾਨੀ L1 ਤੇ L3 ਦਾ ਆਪਸ 'ਚ ਰਿਲੇਸ਼ਨ ਹੋਊਗਾ ਤਾਂ ਹਾਂ ਇਹ
ਰਿਫਲੈਕਸਿਵ, ਸਿਮੈਟ੍ਰਿਕ, ਟ੍ਰਾਂਜ਼ਿਟਿਵ ਤਿੰਨੇ ਚੀਜ਼ਾਂ ਹੈਗੀਆਂ ਸੀ ਤੇ ਇਕੁਇਵਲੈਂਸ ਰਿਲੇਸ਼ਨ ਹੈ ਇਹ। ਅੱਜ ਦਾ ਆਪਣਾ ਲਾਸਟ ਕੁਐਸਚਨ ਤੇ ਬਹੁਤ ਇੰਪੋਰਟੈਂਟ ਕੁਐਸਚਨ ਆਪਾਂ ਕਰਨ ਲੱਗੇ ਹਾਂ। ਇਹਦੇ ਵਿੱਚ ਜਿਹੜਾ ਰਿਲੇਸ਼ਨ ਹੈ ਉਹ ਹੈਗਾ ਤਾਂ ਨੈਚੁਰਲ ਨੰਬਰ ਦੇ ਉੱਪਰ ਆ ਤੇ ਆਪਾਂ ਇਕੁਇਵਲੈਂਸ ਸ਼ੋ ਕਰਨਾ। ਇਹ ਰਿਲੇਸ਼ਨ ਕੀ ਹੈ? ਰਿਲੇਸ਼ਨ ਇਹਦੇ ਵਿੱਚ ਕਿਸੇ ਇੱਕ ਨੰਬਰ ਦਾ ਇੱਕ ਨੰਬਰ ਨਾਲ ਰਿਲੇਸ਼ਨ ਨਹੀਂ ਹੈਗਾ, ਇੱਕ ਪੇਅਰ ਦਾ, AB ਇੱਕ ਪੇਅਰ ਹੈ, CD ਇੱਕ ਪੇਅਰ ਹੈ। ਇੱਕ ਪੇਅਰ ਦਾ ਇੱਕ ਪੇਅਰ ਨਾਲ ਰਿਲੇਸ਼ਨ ਦੇਖਣਾ। ਉਹ ਰਿਲੇਸ਼ਨ ਕੀ ਹੈ ਉਹਨੂੰ ਆਪਾਂ ਦੇਖਦੇ ਹਾਂ। ਕੀ ਦਿੱਤਾ ਹੋਇਆ, ਕਹਿੰਦੇ AB ਦਾ ਰਿਲੇਸ਼ਨ CD ਨਾਲ ਤਾਂ ਹੋਊਗਾ ਜੇ A + D = B + C ਹੋਊਗਾ। ਇਹਦਾ ਮਤਲਬ ਕੀ ਹੈ? ਦੇਖੋ ਧਿਆਨ ਨਾਲ, ਇਹਨਾਂ ਨੇ ਅਸਲ ਦੇ ਵਿੱਚ ਐਵੇਂ ਕਰਿਆ ਹੋਇਆ, ਫਸਟ ਤੇ ਲਾਸਟ ਨੂੰ ਐਡ ਕਰ ਰੱਖਿਆ, A + D ਹੋ ਗਿਆ, ਤੇ ਜੋ ਵਿੱਚ ਨੇ ਉਹਨਾਂ ਨੂੰ ਆਪਸ 'ਚ ਐਡ ਕਰ ਰੱਖਿਆ, B + C ਹੋ ਗਿਆ। ਤਾਂ ਧਿਆਨ ਨਾਲ ਦੇਖੋ, ਇਹਦਾ ਰਿਲੇਸ਼ਨ ਦਾ ਮਤਲਬ ਕੀ ਹੈ? ABCD ਨਾਲ ਤਾਂ ਰਿਲੇਟਡ ਹੋਊਗਾ ਜੇ ਪਹਿਲੇ ਤੇ ਲਾਸਟ ਦਾ ਸਮ ਤੇ ਵਿੱਚ ਵਾਲੇ ਦੋਨਾਂ ਦਾ ਸਮ ਆਪਸ 'ਚ ਇਕੁਅਲ ਆਊਗਾ। ਤਾਂ ਆਪਾਂ ਇਹਨੂੰ ਚੈੱਕ ਕਰਦੇ ਹਾਂ ਕੀ ਇਹ ਹੈਗਾ। ਰਿਫਲੈਕਸਿਵ ਦੀ ਗੱਲ ਕਰਦੇ ਹਾਂ ਪਹਿਲਾਂ। ਤਾਂ ਹੁਣ ਰਿਫਲੈਕਸਿਵ 'ਚ ਆਪਾਂ ਆਪਣੇ ਆਪ ਨਾਲ ਰਿਲੇਸ਼ਨ ਦੇਖਦੇ ਹੁੰਦੇ ਹਾਂ। ਤਾਂ ਉਹਦੇ ਲਈ ਆਪਾਂ AB ਦਾ ਮਤਲਬ A ਦਾ A ਨਾਲ ਨਹੀਂ ਦੇਖਾਂਗੇ। ਹੁਣ ਇੱਕ ਪੇਅਰ ਹੈ AB, ਤਾਂ AB ਦਾ AB ਨਾਲ ਰਿਲੇਸ਼ਨ ਦੇਖਾਂਗੇ। ਤਾਂ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ R ਹੈ, ਮਤਲਬ ਜਿਹੜਾ ਰਿਲੇਸ਼ਨ ਹੈ R ਰਿਫਲੈਕਸਿਵ ਹੋਊਗਾ। R ਇਜ਼ ਰਿਫਲੈਕਸਿਵ ਇਫ R ਹੈ ਜਿਹੜਾ ਉਹ ਰਿਫਲੈਕਸਿਵ ਹੋਊਗਾ ਜੇ AB ਦਾ ਰਿਲੇਸ਼ਨ AB ਨਾਲ ਹੋਊਗਾ। ਤਾਂ ਪੇਅਰ ਦਾ ਪੇਅਰ ਨਾਲ AB ਨਾਲ ਕਦੋਂ ਹੋਊਗਾ? ਹੁਣੇ ਮੈਂ ਦੱਸਿਆ ਸੀ ਵੀ ਰਿਲੇਸ਼ਨ ਦਾ ਮਤਲਬ ਕੀ ਹੈ ਕਿ ਪਹਿਲੇ ਤੇ ਲਾਸਟ ਨੂੰ ਐਡ ਕਰਿਆ ਹੋਇਆ, ਵਿੱਚ ਵਾਲੇ ਦੋਨਾਂ ਨੂੰ ਐਡ ਕਰਨਾ ਜੀ ਇਕੁਅਲ ਆ ਜੇ। ਇਹ ਤਾਂ ਹੋਊਗਾ ਇੱਥੇ, ਸੌਰੀ ਇੰਪਲਾਈਜ਼ ਦੈਟ ਨਹੀਂ ਆਪਾਂ ਇਫ ਪਾਉਣਾ। R ਰਿਫਲੈਕਸਿਵ ਤਾਂ ਹੋਊਗਾ ਜੇ A ਹੋਊਗਾ, ਇਹ ਤਾਂ ਹੋਊਗਾ ਜੇ A ਹੋਊਗਾ। ਹੁਣ ਇਹ ਦੱਸੋ ਕਿ ਇਹ ਟਰੂ ਆ ਜਾਂ ਫਾਲਸ ਹੈ? ਹਾਂ, ਇਹ ਤਾਂ ਟਰੂ ਹੈ ਕਿਉਂਕਿ A + B ਤੇ B + A ਤਾਂ ਇੱਕੋ ਹੀ ਗੱਲ ਆ, ਇਕੁਅਲ ਨੇ। ਤਾਂ ਵਿਚ ਇਜ਼ ਟਰੂ। ਤੇ ਇਹਦਾ ਮਤਲਬ ਇਹ ਰਿਫਲੈਕਸਿਵ ਹੈਗਾ, ਕਿਉਂਕਿ ਇਹ ਰਿਫਲੈਕਸਿਵ ਹੋਣ ਲਈ ਇਹ ਹੋਣਾ ਚਾਹੀਦਾ ਤੇ ਇਹ ਹੋਣ ਲਈ ਇਹ ਹੋਣਾ ਚਾਹੀਦਾ ਤੇ ਇਹ ਟਰੂ ਹੈ। ਤਾਂ ਇਹ ਰਿਫਲੈਕਸਿਵ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਸਿਮੈਟ੍ਰਿਕ ਦੀ। ਸਿਮੈਟ੍ਰਿਕ ਲਈ ਆਪਾਂ ਦੇਖਣਾ ਹੁੰਦਾ ਵੀ ਜੇ AB ਦਾ ਰਿਲੇਸ਼ਨ CD ਨਾਲ ਹੈ ਤਾਂ ਆਪਾਂ ਸ਼ੋਅ ਕੀ ਕਰਨਾ ਹੁੰਦਾ ਕਿ CD ਦਾ ਰਿਲੇਸ਼ਨ ਹੈ ਜਿਹੜਾ ਉਹ, ਮੈਂ ਪਹਿਲਾਂ ਐਵੇਂ ਲਿਖ ਲਿਆ ਵੀ ਆਪਾਂ ਇੱਥੋਂ ਚੱਲਣਾ ਵੀ AB ਦਾ CD ਨਾਲ ਰਿਲੇਸ਼ਨ ਤਾਂ ਆਪਾਂ ਲੈ ਕੇ ਚੱਲਣਾ ਵੀ ਹੈਗਾ। ਤਾਂ ਚੈੱਕ ਕਰਨਾ ਆਪਾਂ ਕਿ CD ਦਾ ਵੀ AB ਨਾਲ ਉਹੀ ਰਿਲੇਸ਼ਨ ਹੈ। ਚਲੋ ਉਹ ਦੇਖਦੇ ਹਾਂ। ਤਾਂ ਦੇਖੋ ਇਹਦਾ ਰਿਲੇਸ਼ਨ ਦਾ ਕੀ ਮਤਲਬ ਸੀ? ਫਸਟ ਤੇ ਲਾਸਟ ਨੂੰ ਐਡ ਕਰਨਾ ਤੇ ਵਿੱਚ ਵਾਲੇ ਦੋਨਾਂ ਨੂੰ ਐਡ ਕਰਨਾ। ਹੁਣ ਦੇਖੋ ਆਪਾਂ ਇਹ ਤੋਂ ਕੀ ਬਣਾਉਣਾ, ਇਹ ਸਮਝਣਾ ਥੋੜਾ ਜਿਹਾ ਔਖਾ ਹੈ। ਤਾਂ ਆਪਾਂ ਇਹਦੀ ਹੈਲਪ ਲੈ ਲੈਂਦੇ ਹਾਂ ਵੀ ਆਹ ਰਿਲੇਸ਼ਨ ਤਾਂ ਟਰੂ ਆਊਗਾ ਜੇ ਕੀ ਹੋਊਗਾ। ਇਹਦੀ ਹੈਲਪ ਨਾਲ ਦੇਖਦੇ ਹਾਂ। ਜੇ ਪਹਿਲਾ ਤੇ ਲਾਸਟ ਵਾਲਾ ਮਤਲਬ C ਤੇ B ਐਡ ਕਰੀਏ ਤੇ ਵਿੱਚ ਵਾਲੇ ਅਲੱਗ D + A ਐਡ ਕਰੀਏ, ਤੇ ਦੇਖੋ ਜੇ ਹੁਣ ਇਹਨੂੰ ਆਪਾਂ ਐਵੇਂ ਪੜ੍ਹੀਏ ਲਾਈਨ ਵਾਈਜ਼, ਤਾਂ A + D ਇੱਧਰ D + A ਲਿਖ ਦਈਏ, ਕੋਈ ਫਰਕ ਨਹੀਂ ਪੈਂਦਾ, ਤੇ B + C ਨੂੰ C + B ਲਿਖ ਦਈਏ। ਤਾਂ ਇਹ ਟਰੂ ਹੈ ਤਾਂ ਆ ਵੀ ਗੱਲ ਸਹੀ ਹੈ। ਇਹਨੂੰ ਆਪਾਂ ਉਲਟਾ ਕੇ ਲਿਖ ਸਕਦੇ ਹਾਂ। ਇਹਦਾ ਮੀਨਿੰਗ CD ਦਾ ਰਿਲੇਸ਼ਨ AB ਨਾਲ ਵੀ ਹੈਗਾ। ਤਾਂ ਆਪਾਂ ਦੇਖਿਆ ਕਿ ਇਹ ਸਿਮੈਟ੍ਰਿਕ ਹੈਗਾ। ਹੁਣ ਫਾਈਨਲੀ ਰਹਿ ਗਿਆ ਟ੍ਰਾਂਜ਼ਿਟਿਵ। ਟ੍ਰਾਂਜ਼ਿਟਿਵ ਲਈ ਆਪਾਂ ਦੇਖਣਾ ਹੁੰਦਾ ਜੇ AB ਦਾ ਰਿਲੇਸ਼ਨ ਕਿਸੇ CD ਨਾਲ ਹੋਵੇ, ਮਤਲਬ ਪਹਿਲੇ ਪੇਅਰ ਦਾ ਦੂਜੇ ਪੇਅਰ ਨਾਲ ਹੋਵੇ, ਦੂਜੇ ਦਾ ਕਿਸੇ ਤੀਜੇ ਪੇਅਰ ਨਾਲ ਹੋਵੇ। ਜਿਵੇਂ ਮੈਂ ਲਿਖਿਆ AB ਦਾ CD ਨਾਲ, CD ਦਾ EF ਨਾਲ। ਤਾਂ ਆਪਾਂ ਚੈੱਕ ਕੀ ਕਰਨਾ ਚਾਹੁੰਦੇ ਹਾਂ? ਆਪਾਂ ਚੈੱਕ ਇਹ ਕਰਨਾ ਚਾਹੁੰਦੇ ਹਾਂ ਕਿ AB ਦਾ ਰਿਲੇਸ਼ਨ EF ਨਾਲ ਵੀ ਹੁੰਦਾ। ਦੇਖੋ AB ਦਾ CD ਨਾਲ, CD ਦਾ EF ਨਾਲ। ਆਪਾਂ ਦੇਖਣਾ ਕਿ AB ਦਾ ਵੀ EF ਨਾਲ ਉਹੀ ਰਿਲੇਸ਼ਨ ਹੈ। ਤਾਂ ਆਪਾਂ ਹੁਣ ਸ਼ੁਰੂ ਕਰਦੇ ਹਾਂ। ਇਹਦਾ ਕੀ ਮਤਲਬ ਹੈ? ਦੇਖੋ ਪਹਿਲੇ ਤੇ ਲਾਸਟ ਨੂੰ ਐਡ ਕਰਨਾ, ਇਹਨੂੰ ਐਡ ਕਰਨਾ। ਐਵੇਂ ਇਹਦਾ ਕੀ ਮਤਲਬ ਆ? C ਤੇ F ਨੂੰ ਐਡ ਕਰਨਾ ਤੇ D ਤੇ E ਨੂੰ ਐਡ ਕਰਨਾ। ਹੁਣ ਆਪਾਂ ਕੀ ਕਰਦੇ ਹਾਂ, ਇਹ ਦੋ ਇਕੁਏਸ਼ਨਸ ਆਪਾਂ ਨੂੰ ਮਿਲ ਗਈਆਂ, ਆਪਾਂ ਦੋਨਾਂ ਨੂੰ ਐਡ ਕਰ ਲੈਂਦੇ ਹਾਂ। ਐਡਿੰਗ 1 and 2। ਜਦੋਂ ਦੋਨਾਂ ਨੂੰ ਐਡ ਕਰਾਂਗੇ ਤਾਂ ਤੁਸੀਂ ਦੇਖੋਗੇ A + D C + F, ਇਧਰੋਂ B + C ਤੇ D + E ਆ ਜਾਊਗਾ। ਜਦੋਂ ਇਹਨਾਂ ਨੂੰ ਤੁਸੀਂ ਦੇਖੋਗੇ ਵੀ ਜਿਹੜੀਆਂ ਇਕੁਅਲ ਚੀਜ਼ਾਂ ਨੇ, ਜਿਵੇਂ D ਹੈ ਦੋਨੋਂ ਸਾਈਡ ਤੇ ਕੈਂਸਲ ਹੋ ਜਾਣਗੇ, C ਦੋਨੋਂ ਸਾਈਡ ਤੇ ਕੈਂਸਲ ਹੋ ਜਾਣਗੇ, ਤਾਂ ਰਹਿ ਜਾਊਗਾ A + F ਤੇ B + E। ਠੀਕ ਹੈ ਨਾ? ਤਾਂ ਧਿਆਨ ਨਾਲ ਦੇਖੋ, ਜੇ A + F ਹੈ
ਦੋਨੇ ਦਾ ਸਮ ਕਿੱਥੇ ਕਿੱਥੇ ਪਿਆ ਹੁੰਦਾ ਦੇਖੋ। ਇਹਦਾ ਮਤਲਬ ਇਹ ਤਾਂ ਹੀ ਟਰੂ ਸੀ ਨਾ ਜੇ ਇਹਨਾਂ ਦੋਨਾਂ ਦਾ ਸਮ ਇਹਨਾਂ ਦੋਨਾਂ ਦੇ ਇਕੁਅਲ ਆ ਜੇ, ਤੇ ਉਹੀ ਚੀਜ਼ ਇੱਥੇ ਆ ਗਈ। A ਤੇ F ਦਾ ਸਮ ਇੱਧਰ ਪਿਆ, B ਤੇ E ਦਾ ਸਮ ਇੱਥੇ ਪਿਆ। ਜੇ ਆਹ ਚੀਜ਼ ਇਹਦਾ ਮਤਲਬ ਆ ਰਿਲੇਸ਼ਨ ਹੋਲਡ ਕਰਦਾ ਤਾਂ ਇਹ ਟ੍ਰਾਂਜ਼ਿਟਿਵ ਵੀ ਹੋ ਗਿਆ। ਤਾਂ ਇਹ ਥੋੜਾ ਜਿਹਾ ਧਿਆਨ ਨਾਲ ਸਮਝਣ ਵਾਲਾ ਕੰਮ ਸੀਗਾ। ਇਹ ਜਿਹੜਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਵੀ ਆ ਤੇ ਕਾਫੀ ਵਾਰ ਪੇਪਰ 'ਚ ਪੁੱਛਿਆ ਜਾਂਦਾ ਤੇ ਬਾਕੀਆਂ ਨਾਲੋਂ ਥੋੜਾ ਜਿਹਾ ਵੱਖਰਾ ਵੀ ਆ। ਤਾਂ ਇਹ ਆਪਣੀ ਸਾਰੀ ਰਿਲੇਸ਼ਨ ਨਾਲ ਰਿਲੇਟਡ ਜੋ ਪਹਿਲੀ ਐਕਸਰਸਾਈਜ਼ ਉਹ ਕੰਪਲੀਟ ਹੋ ਗਈ ਆ। ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਫੰਕਸ਼ਨ ਸ਼ੁਰੂ ਕਰਾਂਗੇ। ਥੈਂਕ ਯੂ।